ਸਵਾਗਤ ਹੈ ਜੀ ਆਪ ਸਭ ਦਾ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਦਾ ਪ੍ਰੋਗਰਾਮ ਵਿਚਾਰ ਚਰਚਾ। ਇਸ ਪ੍ਰੋਗਰਾਮ ਵਿੱਚ ਅਸੀਂ ਕਰੰਟ ਆਲੇ ਦੁਆਲੇ ਦੀਆਂ ਘਟਨਾਵਾਂ ਤੇ ਅਖਬਾਰ ਦੀਆਂ ਖਬਰਾਂ ਤੇ ਹੋਰ ਵਿਸ਼ਿਆਂ ਦੇ ਉੱਤੇ ਚਰਚਾ ਕਰਦੇ ਹਾਂ। ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਨੇ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੇਰਗਿੱਲ ਸਾਹਿਬ, ਅੱਜ ਦੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ ਜੋ ਸਾਡੇ ਆਲੇ ਦੁਆਲੇ ਵਾਪਰ ਰਿਹਾ, ਜਿਹਦੇ 'ਚ ਪੰਜਾਬ ਦਾ ਸੰਘਰਸ਼ ਕਾਫੀ ਦਿਨਾਂ ਤੋਂ ਚੱਲ ਰਿਹਾ ਤੇ ਉਹਦੇ 'ਤੇ ਮੋਦੀ ਸਾਹਿਬ ਦਾ ਬਿਆਨ ਜੀ, ਇਹਦੇ ਨਾਲ ਬਿਹਾਰ ਦੀਆਂ ਚੋਣਾਂ ਤੇ ਮੋਦੀ ਸਾਹਿਬ ਦੇ ਪਰਮ ਮਿੱਤਰ ਅਮਰੀਕਾ ਦੇ ਰਾਸ਼ਟਰਪਤੀ ਸਾਹਿਬ ਵੱਲੋਂ ਭਾਰਤ 'ਤੇ ਕੀਤੀ ਹੋਈ ਇੱਕ ਬੜੀ ਸੂਖਮ ਤੇ ਬੜੀ ਗਲਤ ਟਿੱਪਣੀ ਜੀ, ਤੇ ਇਹੋ ਜਿਹੀਆਂ ਕੁਝ ਹੋਰ ਘਟਨਾਵਾਂ ਦਾ ਜ਼ਿਕਰ ਕਰਦੇ ਨਾਲ ਹੀ ਅਸੀਂ ਪੰਜਾਬ ਦੀ ਕੁਝ ਕ੍ਰਾਈਮ ਰਿਪੋਰਟ ਵੀ ਲਵਾਂਗੇ। ਠੀਕ ਹੈ ਜੀ। ਤੇ ਇਸ ਤੋਂ ਪਹਿਲਾਂ ਕਿ ਇਸ ਵਿਚਾਰ ਚਰਚਾ ਨੂੰ ਸ਼ੁਰੂ ਕਰੀਏ, ਅੱਜ ਤੇ ਇੱਕ ਹੋਰ ਹੀ ਨਵੀਂ ਗੱਲ ਸੁਣਨ ਨੂੰ ਮਿਲੀ ਜੀ। ਕੀ ਹੋ ਗਿਆ? ਅਮਰੀਕਨ ਕਹਿੰਦੇ ਆ ਕਿ ਅਸੀਂ ਵੀਜ਼ਾ ਹੀ ਇੰਡੀਆ ਦਾ ਲੈਣਾ ਹੁਣ ਥੋੜ੍ਹੀ ਦੇਰ ਤੱਕ। ਉਹ ਕਾਹਦੇ ਲਈ? ਉਹ ਤਾਂ ਇੰਡੀਆ ਨੇ ਪਹਿਲਾਂ ਦੇ ਦਿੱਤਾ, ਇਹਨਾਂ ਨੂੰ ਪਿਆ ਜਾਓ। ਨਹੀਂ, ਉਹ ਕਹਿੰਦੇ ਅਸੀਂ ਹੁਣ ਇੰਡੀਆ ਆਉਣਾ ਤੇ ਆਉਣਾ ਵੀ ਬਿਹਾਰ ਆ। ਅੱਛਾ, ਠੀਕ ਆ। ਉਹ ਕਹਿੰਦੇ ਸਾਡੇ ਬੰਦਿਆਂ ਤੇ ਚੋਣਾਂ 'ਚ ਬਿਜ਼ੀ ਹੋਏ ਵਾ ਤੇ ਬਿਹਾਰ 'ਚ ਤੇ ਕਰੋਨਾ ਦੇ ਟੀਕੇ ਮੁਫਤ ਲੱਗਣ ਲੱਗਿਆ ਜੀ। ਵੈਸੇ ਉਹਨਾਂ ਦੀ ਗੱਲ ਜਾਇਜ਼ ਵੀ ਹੈ ਵੀਜ਼ਾ ਲੈਣ ਦੀ, ਕਿਉਂਕਿ ਉਹਨਾਂ ਦਾ ਟੀਕਾ ਹਾਲੇ ਪਤਾ ਨਹੀਂ ਕਹਾਂ ਫਰਵਰੀ ਤੱਕ ਅਪ੍ਰੈਲ ਤੱਕ ਚਲੇ ਗਿਆ। ਅੱਛਾ ਜੀ। ਕਹਿੰਦੇ ਵੀ ਇੱਥੇ ਚੋਣਾਂ ਤੋਂ ਪਹਿਲਾਂ ਬਿਹਾਰ 'ਚ ਲੱਗ ਜਾਣਾ ਮੁਫਤ ਲੱਗ ਜਾਣਾ। ਉਹ ਵੀ ਆ ਕੇ ਲਵਾ ਲਈਏ ਫੇਰ ਹੀ ਜਾਵਾਂਗੇ। ਉਧਰ ਕੇਸ ਵੀ ਬਹੁਤ ਵਧਣ ਲੱਗ ਪਏ ਨਾ। ਆਪਣੇ ਤਾਂ ਹੁਣ ਕਰੋਨਾ ਨਾਂ ਦਾ ਕਹਿੰਦੇ ਇਹਨਾਂ ਸਿਆਸੀ ਆਗੂਆਂ ਲਈ ਤਾਂ ਖਤਮ ਹੀ ਹੋ ਗਿਆ ਜੀ। ਉਹਨਾਂ ਦੇ ਵਿਚਾਰਿਆਂ ਦੇ ਕੇਸ ਹੋਰ ਵੱਧ ਰਹੇ ਆ। ਤਾਂ ਚਾਹੀਦਾ ਵੀ ਉਹਨਾਂ ਨੂੰ ਆ ਕੇ ਲਵਾ ਲੈਣ ਭਾਈ। ਅੱਜ ਵੋਟਾਂ ਦੇ ਵਿੱਚ ਲੱਗਣਾ, ਉਹ ਤੋਂ ਬਾਅਦ ਪਤਾ ਨਹੀਂ ਹੈਗਾ ਵੀ ਦੇਣਾ ਇਹਨਾਂ ਨੇ ਕਿ ਨਹੀਂ ਦੇਣਾ ਜੀ। ਤੇ ਵੋਟਾਂ ਦੇ ਵਿੱਚ ਲਵਾ ਲੈਣਗੇ ਤਾਂ ਚੰਗਾ ਰਹੂਗਾ। ਇਹ ਜਿਹੜਾ ਮੁਫਤ ਟੀਕਾ ਦੇਣ ਦੀ ਗੱਲ ਆ, ਇਹ ਕਿਹੋ ਜਿਹਾ ਜੁਮਲਾ ਹੈ ਇਹ? ਵੈਸੇ ਸ਼ਰਮਾ ਜੀ, ਬੜੀ ਹੈਰਾਨਗੀ ਵਾਲੀ ਗੱਲ ਹੁੰਦੀ ਆ ਵੀ ਜਦੋਂ ਕੋਈ ਸਿਆਸੀ ਪਾਰਟੀਆਂ ਚੋਣ ਮਨੋਰਥ ਪੱਤਰ ਬਣਾਉਂਦੀਆਂ ਵੀ ਉਹ ਇਹ ਕੀ ਸੋਚ ਕੇ ਬਣਾਉਂਦੀਆਂ ਜੀ। ਵੀ ਇੱਕ ਤਾਂ ਇਹ ਸੋਚ ਲੈਂਦੀਆਂ ਵੀ ਯਾਰ ਵਾਅਦੇ ਹੀ ਆ, ਜਿੱਤ ਗਏ ਤਾਂ ਕਿਹਨੇ ਪੁੱਛਣਾ ਜੀ। ਕਾਨੂੰਨ ਪ੍ਰਤੀ ਕੋਈ ਜਵਾਬਦੇਹ ਨਹੀਂ, ਲੋਕਾਂ ਪ੍ਰਤੀ ਕੋਈ ਜਵਾਬਦੇਹ ਨਹੀਂ। ਹਾਲਾਂਕਿ ਮੰਗ ਉੱਠੀ ਸੀ ਵੀ ਜਿਹੜਾ ਬੰਦਾ ਚੋਣ ਮਨੋਰਥ ਪੱਤਰ 'ਚ ਵਾਅਦੇ ਕਰਦੀ ਆ ਪਾਰਟੀ, ਜੇ ਉਹ 5 ਸਾਲਾਂ 'ਚ ਪੂਰੇ ਨਾ ਕਰੇ ਤਾਂ ਉਹਦੀ ਮਾਨਤਾ ਰੱਦ ਕਰੋ ਜੀ। ਪਰ ਉੱਥੇ ਹੀ ਪਰਨਾਲਾ ਉੱਥੇ ਹੀ ਖੜਾ ਆ। ਇਹ ਫੇਰ 5 ਸਾਲ ਬਾਅਦ ਉਹੀ ਫੇਰ ਜੁਮਲੇ ਵਾਂਗੂ ਕਰ ਦਿੰਦੇ ਆ। 2014 ਦੇ ਵਿੱਚ ਵੀ ਇਹਨਾਂ ਨੇ ਐਲਾਨ ਕੀਤਾ ਸੀ ਵੀ ਕਾਲਾ ਧਨ ਲਿਆ ਕੇ ਰਹਾਂਗੇ, 15 ਲੱਖ ਤੁਹਾਡੇ ਖਾਤਿਆਂ 'ਚ ਆਊਗਾ। ਮੁੜ ਕੇ ਆਪ ਹੀ ਕਹਿਤਾ ਸੀ ਵੀ ਇਹ ਤਾਂ ਜੁਮਲਾ ਸੀ ਜੀ। ਹੁਣ ਇਹ ਜਿਹੜਾ ਮਨੋਰਥ ਪੱਤਰ ਬਿਹਾਰ ਚੋਣਾਂ ਲਈ ਲਾਇਆ, ਤੁਸੀਂ ਹੋਰ ਗੱਲਾਂ ਚਲੋ ਜੋ ਵੀ ਗੱਪਾਂ ਮਾਰੀਆਂ, ਝੂਠ ਬੋਲਿਆ, ਪਰ ਯਾਰ ਘੱਟੋ ਘੱਟ ਮਹਾਮਾਰੀ ਨੂੰ ਤਾਂ ਛੱਡ ਦਿਓ। ਇੱਦਾਂ ਦੀ ਨਾ ਗੱਲ ਕਰੋ ਕਿ ਬਾਹਰਲੇ ਲੋਕੀ ਵੀ ਸਾਡੇ ਕੋਲ ਆਉਣ ਲੱਗ ਜਾਣ। ਕਹਿੰਦਾ ਘੱਟੋ ਘੱਟ ਮਹਾਮਾਰੀ ਨੂੰ ਤਾਂ ਬਖਸ਼ ਦਿਓ। ਇਹ ਇਕੱਲੀ ਮਹਾਮਾਰੀ ਕਰੋਨਾ ਸਿਰਫ ਬਿਹਾਰ ਜਾਂ ਇੰਡੀਆ ਲਈ ਥੋੜ੍ਹੀ ਆ, ਇਹ ਤਾਂ ਸਮੁੱਚੀ ਮਨੁੱਖਤਾ ਦਾ ਦੁਖਾਂਤ ਹੈ ਇੱਕ ਜੀ। ਪੂਰੇ ਦੁਨੀਆ ਦੇ ਵਿੱਚ ਕੋਈ ਦੇਸ਼ ਇਹਦੇ ਤੋਂ ਅਛੂਤਾ ਨਹੀਂ ਰਿਹਾ। ਬਿਲਕੁਲ। ਫਿਰ ਇਹ WHO ਦੇ ਵਿੱਚ ਹਸਤਾਖਰੀ ਆ ਸਾਰੇ ਦੇਸ਼ ਵੀ ਅਸੀਂ ਇਹਦੀ ਵੈਕਸੀਨ ਜਦੋਂ ਵੀ ਬਣੂਗੀ ਸਾਰੇ ਦੇਸ਼ ਆਪੋ ਆਪਣੇ ਨਾਗਰਿਕਾਂ ਨੂੰ ਮੁਫਤ ਦੇਣਗੇ ਜੀ। ਤਾਂ ਫਿਰ ਬਿਹਾਰ 'ਚ ਐਡੀ ਕਿਹੜੀ ਹੈ ਜਿਹੜੀ ਮੁਫਤ ਦੇਣ ਲੱਗੇ? ਇਹ ਕੱਲਿਆਂ ਬਿਹਾਰ 'ਚ ਹੀ। ਤੇ ਬਿਹਾਰ ਵਾਲੇ ਤਾਂ ਕਹਿੰਦੇ ਸਾਡੇ ਕਰੋਨਾ ਹੀ ਹੈ ਨਹੀਂ, ਤਾਂ ਫਿਰ ਟੀਕਾ ਕਿੱਥੇ ਲਾਉਣਾ ਇਹਨਾਂ ਨੇ? ਕਿਹਨੂੰ ਲਾਉਣਗੇ? ਉਹ ਤਾਂ ਆਪ ਕਹਿੰਦੇ ਭਾਈ ਸਾਡੇ ਤਾਂ ਕਰੋਨਾ ਹੈ ਨਹੀਂ, ਸਾਡੇ ਦੇਖੋ ਕਿੱਦਾਂ ਰਸ਼ ਭੀੜ ਹੋਣ ਰਹੀ ਆ, ਸਿਆਸੀ ਰੈਲੀਆਂ 'ਚ ਨੇਤਾ ਆਉਣ ਡਏ ਆ, ਸਾਰਾ ਕੁਝ ਚੱਲਣ ਡਿਆ ਕੰਮ, ਕੋਈ ਕਰੋਨਾ ਨਾਂ ਦੀ ਚੀਜ਼ ਹੈ ਨਹੀਂ। ਤਾਂ ਫਿਰ ਇਹ ਮਾੜਾ ਮੋਟਾ ਤਾਂ ਸੰਗ ਕਰ ਲੈਣ ਯਾਰ। ਵੀ ਘੱਟੋ ਘੱਟ ਕਰੋਨਾ ਮਹਾਮਾਰੀ ਦੇ ਵਿੱਚ ਦੇਖੋ ਲੋਕਾਂ ਦੇ ਕਰੋੜਾਂ, ਜਿਹੜੀ ਦੁਨੀਆ ਦੇ ਕਰੋੜਾਂ ਲੋਕ ਆ, ਉਹ ਭੁੱਖਮਰੀ ਦੇ ਕਗਾਰ ਤੇ ਖੜੀ ਆ ਜੀ। ਲੱਖਾਂ ਹੀ ਨੌਕਰੀਆਂ ਚੱਲ ਗਈਆਂ, ਲੱਖਾਂ ਦੀ ਗਿਣਤੀ ਵਿੱਚ ਮੌਤਾਂ ਹੋ ਗਈਆਂ। ਫਿਰ ਜਿਹੜੇ ਫਰੰਟ ਲਾਈਨ ਵਾਰੀਅਰ ਸੀ ਸਾਡੇ, ਆਪਣੇ ਡਾਕਟਰ, ਨਰਸ, ਆਂਗਨਵਾੜੀ ਵਰਕਰ, ਪੁਲਿਸ ਮਹਿਕਮੇ ਵਾਲੇ, ਸਾਰੇ ਕਈਆਂ ਦੀ ਜਾਨਾਂ ਇਸ ਕਰੋਨਾ ਮਹਾਮਾਰੀ ਦੇ ਪੀੜਤਾਂ ਨੂੰ, ਮਰੀਜ਼ਾਂ ਨੂੰ ਬਚਾਉਣ 'ਚ ਚਲੇ ਗਈਆਂ। ਤੇ ਜਦੋਂ ਅਸੀਂ ਗਰਾਊਂਡ 'ਚ ਦੇਖੀਏ ਤੇ ਹਾਲੇ ਵੀ ਬਹੁਤ ਸਾਰੇ ਜਿਹੜੇ ਬੰਦੇ ਆ ਹਜੇ ਵੀ ਜੂਝ ਰਹੇ ਹਜੇ ਵੀ ਜਿਹੜੇ ਫਰੰਟ ਵਾਰੀਅਰ ਆ ਮਰੀਜ਼ਾਂ ਨੂੰ ਬਚਾਉਣ ਵਿੱਚ ਜੂਝ ਰਹੇ ਆ। ਤਾਂ ਸਾਡੇ ਜਿਹੜੀਆਂ ਪਾਰਟੀਆਂ ਉਹ ਸਿਆਸਤ ਤੇ ਤੁਰ ਆਈਆਂ। ਹੱਦ ਹੋ ਗਈ ਯਾਰ ਜੀ। ਬਹੁਤ ਹੀ ਮਤਲਬ ਹੈਰਾਨੀ ਵਾਲੀ ਗੱਲ ਹੁੰਦੀ ਆ ਵੀ ਜੇ ਤੁਸੀਂ ਲੱਗਦਾ ਵੀ ਅਸੀਂ ਫ੍ਰੀ ਦੇ ਕੇ ਕੋਈ ਅਹਿਸਾਨ ਕਰਦੇ ਹਾਂ, ਅਹਿਸਾਨ ਨਹੀਂ ਹੈ ਨਾਗਰਿਕਾਂ ਤੇ ਜੀ। ਇਹਨਾਂ ਨਾਗਰਿਕਾਂ ਦਾ, ਇਹਨਾਂ ਦੇਸ਼ ਵਾਸੀਆਂ ਦਾ ਇੱਕ ਫੰਡ ਹੁੰਦਾ ਜਿਹੜਾ ਕਿ ਸਾਰਿਆਂ ਨੇ ਯੋਗਦਾਨ ਪਾਇਆ ਇਸ ਮਹਾਮਾਰੀ ਦੇ ਵਿੱਚ। ਜਦੋਂ ਟੀਕੇ ਬਣਾਉਣੇ ਤੁਸੀਂ ਜੀ, ਟੀਕੇ ਕੋਲੋਂ ਤਾਂ ਨਹੀਂ ਲਾਏ ਪੈਸੇ ਜੀ। ਕਿੰਨਾ ਫੰਡ ਇਕੱਠਾ ਕੀਤਾ, ਕਿੰਨੇ ਪੈਸੇ ਲੋਕਾਂ ਨੇ ਯੋਗਦਾਨ ਪਾਏ ਆ, ਉਹ ਇਹਨਾਂ ਨੇ ਯੂਨੀਵਰਸਿਟੀਆਂ ਨੂੰ, ਰਿਸਰਚ ਵਾਲਿਆਂ ਨੂੰ, ਦੂਜੇ ਇੰਸਟੀਟਿਊਸ਼ਨਾਂ ਨੂੰ ਦਿੱਤੇ ਆ ਪੈਸੇ ਵੀ ਵੈਕਸੀਨ ਜਲਦੀ ਤੋਂ ਜਲਦੀ ਬਣਾਓ। ਤੇ ਆਸਾਨ ਥੋੜੀ ਕਰ ਰਹੇ ਲੋਕਾਂ ਨੂੰ ਵੀ ਤੁਸੀਂ ਫ੍ਰੀ ਦੇ ਕੇ। ਉਹ ਤੁਹਾਡੀ ਕਰੋਨਾ ਵਾਲੀ ਗੱਲ ਤਾਂ ਠੀਕ ਲੱਗਦੀ ਹੈ ਵੀ ਕਰੋਨਾ ਤੇ ਹੁਣ ਤੁਸੀਂ ਬਿਹਾਰ ਕਹਿੰਦੇ, ਮੈਨੂੰ ਲੱਗਦਾ ਸਾਰੇ ਮੁਲਕ 'ਚੋਂ ਹੀ ਚਲਾ ਗਿਆ। ਮੈਨੂੰ ਲੱਗਦਾ ਵੀ ਜਿੱਦਾਂ ਹੁਣ ਮੁਲਕ 'ਚੋਂ ਚਲੇ ਵੀ ਨਾ ਵੀ ਗਿਆ ਹੋਵੇ, ਲੋਕੀ ਮੁਲਕ ਵਾਲੇ ਵੀ ਕਹਿਣਗੇ ਭਾਈ ਛੇਤੀ ਵੋਟਾਂ ਨਾ ਪੈਣ, ਅਸੀਂ ਜਾ ਕੇ ਟੀਕਾ ਲਵਾਉਣਾ ਹੈ। ਥੋੜ੍ਹਾ ਜਿਹਾ ਹੋਰ ਪਿੱਛੇ ਇੱਕ ਮਹੀਨਾ ਲੇਟ ਨਹੀਂ ਹੋ ਸਕਦੀਆਂ ਵੋਟਾਂ? ਕਈ ਤਾਂ ਐਂ ਪੁੱਛਣ ਲੱਗ ਪਏ ਆ ਵੀ ਯਾਰ ਇਹ ਜਿਹੜਾ ਵੋਟਾਂ ਤਾਂ ਆ ਗਈਆਂ, 9 ਨੂੰ ਰਿਜ਼ਲਟ ਹੋ ਜਾਣਾ, 10 ਨੂੰ ਸਾਰੀ ਕਲੀਅਰ ਹੋ ਜਾਣੀ ਗੱਲ, ਤੇ ਵੀ ਇਹ ਤਾਂ ਮਹੀਨਾ ਲੇਟ ਕਰ ਦਿੰਦੇ ਤਾਂ ਕਿ ਟੀਕਾ ਲਵਾ ਕੇ ਆਉਣ। ਟੀਕਾ ਤਾਂ ਲਵਾ ਲੈਣ ਸਾਰੇ। ਹਾਲੇ ਟੀਕੇ ਦਾ ਕੋਈ ਨਾਮੋ ਨਿਸ਼ਾਨ ਨਹੀਂ, ਕੋਈ ਟਰਾਇਲ ਪੱਧਰ ਤੇ ਚੱਲਣ ਡਿਆ। ਤੇ ਇਹ ਤੌਬਾ ਰੱਬ ਦੀ ਸਿਆਸਤ ਵਾਲਿਆਂ ਦੇ। ਤੇ ਤੁਸੀਂ ਪਿਛਲੇ ਦਿਨ ਹੀ ਦੇਖਿਆ ਕਿ ਜਦੋਂ ਵੀ ਕੋਈ ਸਿਆਸੀ ਰੈਲੀ ਨਿਕਲਦੀ ਆ ਜਾਂ ਸਿਆਸੀ ਇਕੱਠ ਹੁੰਦਾ ਆ ਤੇ ਸੋਸ਼ਲ ਡਿਸਟੈਂਸਿੰਗ ਦਾ ਉਹ ਪੂਰੀ ਪਾਲਣਾ ਕਰਦੇ ਆ। ਮੈਂ ਕਿਹਾ ਜੀ ਪੁੱਛੇ ਨਾ ਜੀ, ਉਹਦਾ ਇਦਾਂ ਮੋਢਿਆਂ ਨਾਲ ਮੋਢਾ ਵੱਜਦੇ ਆ, ਸੋਸ਼ਲ ਡਿਸਟੈਂਸਿੰਗ ਕਰਦੇ ਆ ਵੀ ਛੱਡ ਗੱਲਾਂ। ਇਹਨਾਂ ਦੇ ਉਹ ਫੁੱਟ ਛੋਟੇ ਤਾਂ ਨਹੀਂ ਹੋ ਗਏ ਕਿਤੇ? ਨਹੀਂ, ਉਹ
ਰਿਹਾ ਹੀ ਨਹੀਂ ਫੁੱਟ ਵਿੱਚ, ਛੋਟੇ ਦੇ ਇੱਕ ਪਾਸੇ ਰਿਹਾ, ਮੋਢਾ ਹੀ ਮੋਢਾ ਵੱਜਣਾ ਤਾਂ ਰਹਿਣਾ ਕਿੱਥੋਂ ਆਵੇ। ਫਿਰ ਦੇਖੋ ਇਹਨਾਂ ਦੇ ਨਾਲ ਜੁਮਲੇ ਦੇ ਜੁਮਲਾ ਜਦੋਂ ਮਾਰਦੇ ਆ, ਜਦੋਂ ਤਾਂ ਇੱਕ ਪਾਰਟੀ ਕਰਦੀ ਆ ਵੀ ਅਸੀਂ 10 ਲੱਖ ਨੌਕਰੀਆਂ ਦੇਵਾਂਗੇ ਜੀ, ਫਿਰ ਤਾਂ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਪੈਸੇ ਕਿੱਥੋਂ ਲਿਆਣੇ ਆ, ਪੈਸਾ ਹੈ ਹੀ ਨਹੀਂ ਸਾਡੇ ਕੋਲ, ਪ੍ਰਬੰਧ ਹੈ ਨਹੀਂ, ਉਹੀ ਗੱਪਾਂ ਮਾਰੀ ਜਾਂਦੇ, ਤੁਸੀਂ ਇਦਾਂ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਜੀ। ਤੇ ਜਦੋਂ ਉਹਨਾਂ ਦੀ ਆਪਣੀ ਭਾਈਵਾਲ ਕਹਿਣ ਦੀ 10 ਨਹੀਂ ਅਸੀਂ 19 ਲੱਖ ਦੇਵਾਂਗੇ ਜੀ, ਤੇ ਭਾਈ ਸਾਹਿਬ ਉਹ 9 ਲੱਖ ਕਿੱਥੋਂ ਵਧਾ ਲਏ? ਫਿਰ ਉਹ ਫਿਰ ਪੰਜਾਬੀ ਵਾਲੇ ਕਹਿੰਦੇ ਨੇ ਇਹ ਤਾਂ ਗੱਲਾਂ ਦਾ ਕੜਾਹ ਬਣਾਉਣਾ ਤੇ ਫਿਰ ਮਿੱਠਾ ਘੱਟ ਕਾਦੇ, 10 ਲੱਖ ਲਈ ਪੈਸੇ ਹੈ ਨਹੀਂ, 9 ਲੱਖ ਵਧਾ ਕੇ ਦੱਸਦਾ, ਤੁਹਾਡੀ ਪਾਰਟੀ ਨੇ ਦੱਸਿਆ ਹਨਾ, ਤੁਹਾਡੀ ਭਾਈਵਾਲ ਪਾਰਟੀ ਨੇ ਦੱਸਿਆ। ਤਾਂ ਫਿਰ ਉਹ ਸਵਾਲ ਬੜਾ ਵਧੀਆ ਇੱਕ ਬੰਦੇ ਨੂੰ ਕੀਤਾ ਸੀ ਉਦੋਂ ਇਹਦੇ JDU ਵਾਲੇ ਨੂੰ, ਕਹਿੰਦੇ ਮੈਨੂੰ ਲੱਗਦਾ ਵੀ ਤੁਹਾਡੀ ਜਿਹੜੀ ਭਾਈਵਾਲ ਦੇ ਵਿੱਚ ਭਾਜਪਾ ਨਾਲ ਸੁਰ ਨਹੀਂ ਰਲਦੀ। ਅੱਛਾ ਜੀ, ਸੁਰ ਨਹੀਂ ਰਲਦੀ ਕਹਿੰਦੇ ਤੁਹਾਡੀ। ਉਹ ਕਹਿੰਦੇ ਕਿੱਦਾਂ? ਕਹਿੰਦੇ ਤੁਹਾਨੂੰ ਪੁੱਛਿਆ ਪਿਆ ਸੀ 19 ਲੱਖ ਦਾ ਐਲਾਨ ਕਰ ਰਹੇ ਆ, ਤੁਸੀਂ ਤਾਂ 10 ਲੱਖ ਦਾ ਰੌਲਾ ਪਾ ਕੇ ਬਹਿ ਗਏ, ਫਿਰ ਕਿੱਥੋਂ ਦੇਣੀ ਆ? ਤੁਹਾਨੂੰ ਪੁੱਛੇ ਬਗੈਰ ਹੀ 19 ਲੱਖ ਦੀ ਐਲਾਨ ਕਰਤਾ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਜੀ। ਉਹ ਕਹਿੰਦੇ ਨਹੀਂ ਇਹ ਤਾਂ ਹੈਗਾ ਵੀ ਦੇਵਾਂਗੇ ਅਸੀਂ, ਇੰਨੀਆਂ ਦੇਤੀਆਂ, 4.5 ਲੱਖ ਦਾ ਕੰਮ ਹੋਰ ਚੱਲ ਰਿਹਾ। ਤਾਂ ਕਹਿੰਦਾ ਵੀ ਇਹ ਤਾਂ ਫਿਰ ਦੂਜੀ ਪਾਰਟੀ ਕਹਿ ਰਹੀ ਆ 10 ਲੱਖ ਦੇਵਾਂਗੇ, ਉਹਨੇ ਅੰਕੜੇ ਵੀ ਦਿੱਤੇ ਆ, ਉਹਦਾ ਪੈਮਾਨਾ ਵੀ ਦਿੱਤਾ ਕਿੱਦਾਂ ਦੇਣੇ ਆ, ਕਿੱਥੋਂ ਪੈਸੇ ਆਉਣੇ, ਕਿੱਦਾਂ ਕਰਨਾ ਆ। ਤੁਸੀਂ 19 ਲੱਖ ਉਹੀ ਜੁਮਲਾ ਛੱਡਤਾ। ਇਹ ਇੱਕ ਹੋਵੇ ਚਾਹੇ ਦੂਜਾ, ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਇਹ ਪਤਾ ਨਹੀਂ ਕੀ ਬਣ ਜਾਂਦੇ। ਮੈਂ ਉਹੀ ਤਾਂ ਕਹਿਣਾ ਵੀ ਜਦੋਂ ਵੋਟਾਂ ਲੈਣੀਆਂ 5 ਸਾਲ ਬਾਅਦ ਫਿਰ ਇੱਕ ਚੋਣ ਮਨੋਰਥ ਪੱਤਰ, ਉਹ ਇੱਕ ਚੋਣ ਮਨੋਰਥ ਪੱਤਰ ਤਾਂ ਇਹਨਾਂ ਮਜ਼ਾਕ ਬਣਾ ਲਿਆ, ਉਹ ਮਜ਼ਾਕ ਬਣਾ ਲਿਆ। ਲੋਕਾਂ ਨੂੰ ਉਸ ਸਮੇਂ ਦੇ ਸਮੇਂ ਮੂਰਖ ਬਣਾਉਣਾ, ਮੁੜ ਕੇ ਨਾ ਤਾਂ ਉਹ ਚੋਣ ਮਨੋਰਥ ਪੱਤਰ ਹੀ ਲੱਭਦਾ ਕਿਤੇ, ਤੇ ਨਾ ਹੀ ਉਹਨੂੰ ਪੂਰਾ ਕਰਨ ਵਾਲੇ ਬੰਦੇ ਲੱਭਦੇ ਕਿਤੇ ਜੀ। ਤੇ ਇਹ ਤਾਂ ਇੱਕ ਮੂਰਖ ਬਣਾਉਣ ਵਾਲੀ ਗੱਲ। ਪਰ ਮੈਨੂੰ ਲੱਗਦਾ ਜਿਹੜੀ ਬਿਹਾਰ ਦੇ ਵਿੱਚ ਜੋ ਰੌਲਾ ਪੈ ਰਿਹਾ, ਜਿਹਦੇ ਨਾਲ ਲੋਕੀ ਉੱਥੇ ਕਾਫੀ ਗੁੱਸੇ 'ਚ ਖਿੱਚ ਗਏ ਜੀ, ਵੀ ਇਹ ਕਰੋਨਾ ਨੂੰ ਵੀ ਸਿਆਸਤ ਵਿੱਚ ਜੋੜ ਲਿਆ ਇਹਨਾਂ ਨੇ। ਤੇ ਇੱਕ ਪਾਸੇ ਤਾਂ ਆਪਾਂ ਮਹਾਮਾਰੀ ਦਾ ਰੌਲਾ ਪਾਉਂਦੇ ਆ ਵੀ ਨਹੀਂ ਜੀ ਇਹ ਬਹੁਤ ਖਤਰਨਾਕ ਆ, ਬਚ ਕੇ ਰਹੋ, ਅਸੀਂ ਐਂ ਕਰਾਂਗੇ ਉਹ ਕਰਾਂਗੇ। ਦੂਜੇ ਪਾਸੇ ਤੁਸੀਂ ਉਹਦੇ ਤੇ ਸਿਆਸਤ ਕਰ ਰਹੇ ਆ, ਤੇ ਜੇ ਕੋਈ ਤੀਜੀ ਪਾਰਟੀ ਨੇ ਕਿਸੇ ਸਿਆਸਤ ਕੀਤੀ ਹੁੰਦੀ ਤਾਂ ਫਿਰ ਇਹਨਾਂ ਨੇ ਕੀ ਕਰਨਾ ਸੀ? ਤੇ ਘੱਟੋ ਘੱਟ ਇਹ ਜਿਹੜੀ ਮਨੁੱਖਤਾ ਦੇ ਪੱਧਰ ਵਾਲੀ ਗੱਲ ਆ, ਉਹਨੂੰ ਤਾਂ ਮਾੜਾ ਜਿਹਾ ਬਖਸ਼ ਲੈਣਾ ਚਾਹੀਦਾ ਚੋਣਾਂ ਦੇ ਵਿੱਚ, ਉਹ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਆ। ਇਹ ਬਹੁਤ ਹੀ ਨੀਵੇਂ ਪੱਧਰ ਦੀ ਗੱਲ ਹੋ ਗਈ ਆ। ਹਾਲਾਂਕਿ ਉਹਨਾਂ ਨੇ ਬਾਅਦ 'ਚ ਅਹਿਸਾਸ ਕੀਤਾ ਇਸ ਗੱਲ ਦਾ, ਤੇ ਉਹ JDU ਦਾ ਜਿਹੜਾ ਸਿਆਣਾ ਬੰਦਾ, ਬਹੁਤ ਮੈਂ ਤੁਹਾਨੂੰ ਨਾਂ ਨਹੀਂ ਲਿਆ ਉਹਦਾ, ਉਹ ਕਹਿ ਰਿਹਾ ਸੀਗਾ ਵੀ ਨਹੀਂ ਜੀ ਵਿੱਤ ਮੰਤਰੀ ਨੇ ਐਲਾਨ ਕੀਤਾ ਹੈ, ਦੇਖ ਲਓ ਵਿੱਤ ਮੰਤਰੀ ਨੇ, ਪੂਰੇ ਦੇਸ਼ ਦੀ ਵਿੱਤ ਮੰਤਰੀ ਆ, ਇਕੱਲੇ ਬਿਹਾਰ ਦੀ ਨਹੀਂ ਜੀ। ਕਹਿੰਦੇ ਨਹੀਂ ਜੀ ਇਹ ਵਿੱਤ ਮੰਤਰੀ, ਤੁਸੀਂ ਇਹਨੂੰ ਤੋੜ ਮੋੜ ਕੇ ਲੈ ਲਿਆ ਗੱਲ ਨੂੰ। ਵਿੱਤ ਮੰਤਰੀ ਤੇ ਇਹ ਕਿਹਾ ਵੀ ਜਦੋਂ ਟੀਕਾ ਆਊਗਾ ਦੇਸ਼ ਦੇ ਵਿੱਚ, ਚਾਹੇ ਅੱਜ ਆਵੇ, ਚਾਹੇ ਮਹੀਨੇ ਬਾਅਦ, ਚਾਹੇ 6 ਮਹੀਨੇ, ਉਹ ਪਹਿਲਾਂ ਬਿਹਾਰੀਆਂ ਨੂੰ ਲਾਉਣਾ। ਇਹ ਇੱਕ ਬੜੀ ਵਧੀਆ ਗੱਲ ਆ, ਇਹ ਸਾਡੇ ਸਿਆਸਤਦਾਨਾਂ ਨੇ ਸਿੱਖੀ ਹੋਈ ਆ, ਇਹ ਸਿਖਾਲੀ ਇਹਨਾਂ ਨੂੰ ਪਤਾ ਨਹੀਂ ਕਿਹਨੇ ਆ। ਪਹਿਲਾਂ ਕੋਈ ਭਾਸ਼ਣ ਦੇ ਦਿਓ, ਜੇ ਤੇ ਉਹ ਲੱਗ ਗਿਆ ਤੇ ਠੀਕ ਆ, ਨਹੀਂ ਤਾਂ ਕਹਿ ਦੋ ਕਿ ਮੀਡੀਆ ਨੇ ਤੋੜ ਮਰੋੜ ਕੇ ਪੇਸ਼ ਕੀਤਾ। ਇਹ ਜਿਹੜੀ ਤੋੜ ਮਰੋੜ ਕੇ ਸਹੀ ਤੇ ਚੀਜ਼ ਤੋੜ ਮਰੋੜ ਕੇ ਸੁੱਟਦੇ ਹੁੰਦੇ ਸੀ, ਤੋੜ ਮਰੋੜ ਕੇ ਪੇਸ਼ ਕਿਉਂ ਕਰਦੇ ਆ? ਇਹ ਕਈਆਂ ਚਿਰਾਂ ਤੋਂ ਪੇਸ਼ ਕਰਦੇ ਆ ਰਹੇ, ਪਰ ਹਜੇ ਤੋੜੀ ਮਰੋੜੀ ਨਹੀਂ ਗਈ, ਉਹ ਗਾਲੇ ਇਹਨਾਂ ਤੇ ਪੈ ਜਾਂਦੀ ਮੁੜ ਕੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਬਾਅਦ ਚ ਰਾਤ ਨੂੰ, ਉਸੇ ਦਿਨ ਸ਼ਾਮ ਨੂੰ ਦਿੱਤਾ ਸਪਸ਼ਟੀਕਰਨ, ਨਹੀਂ ਜੀ ਇਹ ਤਾਂ ਪੂਰੇ ਦੇਸ਼ ਨੂੰ ਫ੍ਰੀ ਲਾਵਾਂਗੇ। ਤੇ ਜੇ ਤੁਸੀਂ ਮਨੋਰਥ ਪੱਤਰ ਤਿਆਰ ਕੀਤਾ ਸੀਗਾ ਉਦੋਂ ਵਾਚਿਆ ਨਹੀਂ ਸੀ ਇਹਨੂੰ? ਨਹੀਂ, ਇਹ ਸਾਡੇ ਲੋਕਾਂ ਦੀ ਵੀ ਇਹ ਗੱਲ ਸਮਝਦੀ ਵੀ ਗੱਲ ਹੋਣੀ ਚਾਹੀਦੀ ਵੀ ਜਦੋਂ ਤੁਸੀਂ ਪਤਾ ਆ ਵੀ ਮਹਾਮਾਰੀ ਆ ਤੇ ਇਹ ਦਵਾਈਆਂ ਮਿਲਦੀਆਂ ਹੀ ਫ੍ਰੀ ਹੁੰਦੀਆਂ, ਤੇ ਉਹਨੂੰ ਕਹਿਣ ਲਈ, ਉਹਨੂੰ ਪ੍ਰਚਾਰਨ ਲਈ ਕਿਉਂ ਸਿਰਫ ਅਸੀਂ ਵੋਟਾਂ ਲੈਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ? ਦੇਣ ਵਾਲੀ ਗੱਲ ਤਾਂ ਜੇ ਬਹੁਤ ਦੂਰ ਆ, ਹਜੇ ਤੱਕ ਤਾਂ ਬਣੀ ਨਹੀਂ ਇਹਨਾਂ ਤੋਂ, ਨਾ ਇਹਨਾਂ ਤੋਂ ਬਣੀ ਆ, ਨਾ ਕਿਸੇ ਹੋਰ ਵੱਡੇ ਮਹਾਸ਼ਕਤੀ ਆ ਅਮਰੀਕਾ ਵਰਗਾ, ਉਹਦੇ ਤੋਂ ਨਹੀਂ ਬਣੀ ਆ ਜੀ। ਆਪਾਂ ਪਹਿਲਾਂ ਵੀ ਗੱਲਾਂ ਕਰਦੇ ਆ ਕਿ 25-30 ਕੰਪਨੀਆਂ ਕੁਝ ਲੱਗੀਆਂ ਹੋਈਆਂ, ਇਹਦੇ 30 ਟੀਕੇ ਚੱਲ ਰਹੇ ਟ੍ਰਾਇਲ ਦੇ ਵਿੱਚ ਦੁਨੀਆ 'ਚ ਬਣੇ ਹੋਏ, ਦੁਨੀਆ ਦੇ ਚੱਲ ਰਹੇ ਲੱਗੀਆਂ ਹੋਈਆਂ, 4-5 ਤਾਂ ਭਾਰਤ ਵਿੱਚ ਹੀ ਆ, ਰੂਸ ਆ, ਚਾਈਨਾ ਆ, ਅਮਰੀਕਾ ਦੇ ਵਿੱਚ, ਇੰਗਲੈਂਡ, ਆਕਸਫੋਰਡ ਦੀ ਯੂਨੀਵਰਸਿਟੀ ਦੇ ਬੰਦਾ ਮਰ ਗਿਆ ਸੀ ਬ੍ਰਾਜ਼ੀਲ ਦੇ ਟ੍ਰਾਇਲ ਦੇ ਵਿੱਚ ਹੀ, ਆਪਾਂ ਗੱਲ ਕੀਤੀ ਸੀ। ਇਹ ਪਹਿਲਾਂ ਹੀ ਟੀਕਾ ਫ੍ਰੀ ਦੇਣ ਨੂੰ ਤੁਰ ਪਏ ਆ, ਤੇ ਇਹਦੋਂ ਵੱਡਾ ਜੁਮਲਾ ਹੋਰ ਕੀ ਹੋ ਸਕਦਾ? ਨਾ ਤਾਂ ਉਦੋਂ ਕਾਲਾ ਧਨੀ ਅਜੇ ਤੱਕ ਵਾਪਸ ਆਇਆ, 6 ਸਾਲ ਹੋ ਗਏ, ਨਾ 15 ਲੱਖ ਹੀ ਪਏ ਆ। ਤਾਂ ਫਿਰ ਹੁਣ ਇਸ ਜਿਹੜੇ ਜੁਮਲੇਬਾਜ਼ੀ ਨੂੰ ਹੋਰ ਕਿੰਨਾ ਚਿਰ ਚੱਲੂਗੀ? ਇਹ ਤਾਂ ਹੁਣ ਲੋਕੀ ਵੀ ਸਿਆਣੇ ਹੋ ਗਏ ਆ, ਦੇਖਦੇ ਆ ਵੀ ਭਾਈ ਇਹ ਤਾਂ ਵਾਕਈ ਮੂਰਖ ਬਣਾਉਣ ਵਾਲੀ ਗੱਲ ਆ ਜੀ। ਧਨ ਆਵੇ ਚਾਹੇ ਨਾ ਆਵੇ, ਜੇਬ 'ਚ ਪਵੇ ਚਾਹੇ ਨਾ ਪਵੇ, ਸਵਾਮੀਨਾਥਨ ਰਿਪੋਰਟ ਲਾਗੂ ਹੋਵੇ ਚਾਹੇ ਨਾ ਹੋਵੇ, ਵੋਟਾਂ ਟਾਈਮ ਨਾਲ ਪੈ ਜਾਂਦੀਆਂ, ਵੋਟਾਂ ਟਾਈਮ ਨਾਲ ਪਾਉਣੀਆਂ। ਤਾਂ ਹੀ ਤਾਂ ਉੱਥੇ ਬਿਹਾਰ ਦੇ ਲੋਕ ਖਿਜੇ ਆ ਜੀ। ਕਰੋਨਾ ਦਾ ਤੁਸੀਂ ਰੌਲਾ ਪਾਉਂਦੇ ਸੀਗੇ, ਕਰੋਨਾ ਦਾ ਟੀਕੇ ਦਾ ਰੌਲਾ ਪਾਤਾ, ਤੇ ਜੇ ਤੁਹਾਨੂੰ ਲੱਗਦਾ ਹੀ ਸੀਗਾ ਵੀ ਇਸ ਮਹਾਮਾਰੀ ਅਜੇ ਚੱਲਦੀ ਪਈ ਤਾਂ ਵੋਟਾਂ ਕਰਾਉਣ ਦੀ ਕੀ ਲੋੜ ਪਈ ਸੀ ਜੀ? ਰੁਕ ਜਾਂਦੇ ਥੋੜਾ ਜਿਹਾ। ਪਰ ਨਹੀਂ, ਇਹਨਾਂ ਨੇ ਦੇਖਿਆ ਵੀ ਉੱਥੇ ਬੰਦਾ, ਵੀ ਇੱਕ ਬੰਦਾ ਹਾਵੀ ਹੋ ਰਿਹਾ, ਜੋ ਮੀਡੀਆ ਰਿਪੋਰਟਾਂ ਆ ਉਹਦੇ ਹਿਸਾਬ ਨਾਲ ਹਾਵੀ ਹੋ ਰਿਹਾ, ਤੇ ਇੱਕਦਮ ਸੈਂਟਰ ਦੀ ਲੀਡਰਸ਼ਿਪ ਨੂੰ ਉੱਥੇ ਕੁੱਦਣਾ ਪਿਆ। ਹਾਲਾਂਕਿ ਇਹਨਾਂ ਦੇ ਆਪਣੇ ਵੱਡੇ ਵੱਡੇ ਲੀਡਰ ਕਰੋਨਾ ਪੀੜਤ ਹੋ ਗਏ ਆ। ਜਿਹੜਾ ਬਿਹਾਰ ਦਾ ਡਿਪਟੀ ਚੀਫ ਮਿਨਿਸਟਰ ਹੈ ਸੁਸ਼ੀਲ ਕੁਮਾਰ ਮੋਦੀ, ਉਹ ਵੀ ਕਰੋਨਾ ਪੋਜ਼ਿਟਿਵ ਹੋ ਗਿਆ। ਇਹਨਾਂ ਦਾ ਰਾਜੀਵ ਪ੍ਰਤਾਪ ਰੂਡੀ ਸਟਾਰ ਪ੍ਰਚਾਰਕ ਆ, ਜਿਹੜਾ ਸੈਂਟਰ ਦਾ ਮਿਨਿਸਟਰ ਹੈ, ਬਿਹਾਰ ਦਾ ਕੱਦਾਵਰ ਨੇਤਾ ਆ, ਉਹ ਵੀ
ਕਰੋਨਾ ਪੋਜ਼ਿਟਿਵ ਹੋ ਗਿਆ। ਇਹਨਾਂ ਦੇ ਆਪਣੇ ਨੇਤੇ ਸਾਰੇ ਕਰੋਨਾ ਪੋਜ਼ਿਟਿਵ ਹੋ ਗਏ ਤਾਂ ਸੈਂਟਰ ਦੀ ਲੀਡਰਸ਼ਿਪ ਨੂੰ ਜਾ ਕੇ ਵਿੱਚ ਕੁੱਦਣਾ ਪਿਆ। ਇਸੇ ਕਰਕੇ ਤਾਂ ਵਿੱਤ ਮੰਤਰੀ ਵਿਚਾਰੀ ਨੂੰ ਖੜਾ ਕਰਤਾ ਵੀ ਤੂੰ ਐਲਾਨ ਕਰ ਬਈ, ਤਾਂ ਐਲਾਨ ਵੀ ਉਹਨੇ ਇਹੋ ਜਿਹਾ ਕਰਤਾ ਜਿਹੜਾ ਲੋਕਾਂ ਦੇ ਵਿੱਚ ਇਹੋ ਜਿਹਾ ਮੈਸੇਜ ਗਿਆ ਵੀ ਉਹ ਬਸ ਕਰੋਨਾ ਹੋ ਗਈ। ਸ਼ੇਰਗਿੱਲ ਸਾਹਿਬ, ਆਪਾਂ ਆਸ ਕਰਦੇ ਹਾਂ ਕਿ ਦੁਨੀਆ ਦੀਆਂ ਕੰਪਨੀਆਂ ਛੇਤੀ ਟੀਕਾ ਬਣਾ ਲੈਣ, ਕਿਤੇ ਇਦਾਂ ਨਾ ਹੋਵੇ ਕਿ ਸਾਰੀ ਦੁਨੀਆ ਹਿੰਦੁਸਤਾਨ ਵੱਲ ਨੂੰ ਤੁਰ ਪਏ। ਤੇ ਹੁਣ ਅਸੀਂ ਇੱਕ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ। ਦੇਣ ਮੁਫਤ, ਕੱਲਾ ਬਿਹਾਰ ਨੂੰ ਨਹੀਂ, ਸਾਰਿਆਂ ਨੂੰ ਮੁਫਤ ਦੇਣ। ਕਰਦੇ ਹਾਂ ਜੀ ਗੱਲ ਵਿਚਾਰ ਚਰਚਾ ਦੀ ਇੱਕ ਬ੍ਰੇਕ ਤੋਂ ਬਾਅਦ। ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ ਦੇ ਅਗਲੇ ਹਿੱਸੇ ਵਿੱਚ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਤੇ ਕਰਨੀ ਸੀ ਵਿਚਾਰ ਚਰਚਾ ਦੀ, ਪਰ ਅਸੀਂ ਐਵੇਂ ਉਹਨੂੰ ਹੋਰ ਹੀ ਪਾਸੇ ਲੈ ਗਏ, ਆਪਣੀਆਂ ਗੱਲਾਂ 'ਚ ਲੱਗ ਗਏ ਅਸੀਂ। ਜੀ ਜੀ ਜੀ, ਚੰਗੀ ਆ ਉਹਦਾ ਗੱਲ ਕਰਨੀ ਚਾਹੀਦੀ ਹੈ, ਹਲਕੀ ਫੁਲਕੀ ਹੋ ਜਾਣੀ ਚਾਹੀਦੀ ਜੀ, ਮਾਹੌਲ ਜਿਹਾ ਬਣਿਆ ਰਹਿੰਦਾ ਤੇ ਅਗਲੀ ਗੱਲ ਨੂੰ ਵੀ ਕਰੋਸਟੀ ਰਹਿੰਦੀ ਹੈ ਸੁਣਨ ਦੀ। ਜੀ ਜੀ ਜੀ। ਤੇ ਇੱਕ ਹੋਰ ਗੱਲ ਸੀ, ਜਦੋਂ ਆਪਾਂ ਸ਼ੁਰੂ 'ਚ ਪ੍ਰੋਗਰਾਮ ਜ਼ਿਕਰ ਕੀਤਾ ਕਿ ਅਸੀਂ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹਾਂ। ਅੱਜ ਕਿਸਾਨੀ ਸੰਘਰਸ਼ ਤੋਂ ਜੇ ਆਪਾਂ ਪਹਿਲਾਂ ਦੀ ਇੱਕ ਗੱਲ ਕਰੀਏ ਜਾਂ ਉਸ ਤੋਂ ਉਹਦੇ ਉੱਤੇ ਜੋ ਰਾਸ਼ਟਰ ਦਾ ਇੱਕ ਸਾਡੇ ਮੁਖੀ ਦਾ ਜੋ ਇੱਕ ਬਿਆਨ ਆ ਉਹਦੀ ਆਪਾਂ ਗੱਲ ਕਰੀਏ। ਬਿਹਾਰ 'ਚ ਚੋਣਾਂ ਆ, ਅਸੀਂ ਉਹਦੀ ਵੀ ਕਈ ਦਿਨਾਂ ਤੋਂ ਗੱਲ ਕਰ ਰਹੇ ਹਾਂ। ਪ੍ਰਧਾਨ ਮੰਤਰੀ ਸਾਹਿਬ ਦਾ ਕੱਲ੍ਹ ਉੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਸੀ ਤੇ ਇਹਨਾਂ ਨੇ ਇਹ ਰੱਖਿਆ ਹੋਇਆ, ਬਹੁਤ ਦੇਰ ਤੋਂ ਇਹਨਾਂ ਦੀ ਇੱਕ ਖਾਸ ਤਰ੍ਹਾਂ ਦੀ ਪਲੈਨਿੰਗ ਆ ਭਈ ਇਹ ਗੱਲ ਕਰਨਗੇ ਬਿਹਾਰ ਜਾ ਕੇ ਤੇ ਗੱਲ ਕਰਨਗੇ ਜੰਮੂ ਕਸ਼ਮੀਰ ਦੀ। ਜਦੋਂ ਜੰਮੂ ਕਸ਼ਮੀਰ ਆਉਣਗੇ ਤੇ ਉਦੋਂ ਗੱਲ ਕਰਨਗੇ ਕਿਸੇ ਹੋਰ ਪਾਸੇ ਦੀ। ਜੇ ਗੁਜਰਾਤ ਜਾਣਗੇ ਤੇ ਗੱਲ ਕਰਨਗੇ ਨਾਰਥ ਈਸਟ ਦੀ। ਇਹ ਪਤਾ ਨਹੀਂ ਕਿ ਭਰਮਾਉਣ ਦਾ ਤਰੀਕਾ ਆ ਜਾਂ ਕੁਛ ਇਹਨਾਂ ਦੀ ਇੱਕ ਕੋਈ ਖਾਸ ਤਰ੍ਹਾਂ ਦੀ ਰਣਨੀਤੀ ਆ ਲੋਕਾਂ ਨੂੰ ਆਪਣੇ ਨਾਲ ਬੰਨਣ ਦੀ ਜਾਂ ਉਹਨਾਂ ਨੂੰ ਗੁੰਮਰਾਹ ਕਰਨ ਦੀ। ਜੀ ਬਿਲਕੁਲ। ਬਿਹਾਰ ਜਾ ਕੇ ਇਹਨਾਂ ਨੇ ਇੱਕ ਭਾਸ਼ਣ ਦਿੱਤਾ ਕਿ ਜਿਹਦੇ 'ਚ ਇਹਨਾਂ ਨੇ ਕਿਹਾ ਕਿ 370 ਨੂੰ ਅਸੀਂ ਖਤਮ ਕੀਤਾ ਤੇ ਉਹਦਾ ਬਹੁਤ ਭਲਾ ਹੋਇਆ। ਹੁਣ ਇਹ ਸਾਨੂੰ ਤੇ ਸਮਝ ਨਹੀਂ ਆਇਆ ਵੀ 370 ਦਾ ਬਿਹਾਰ ਚੋਣਾਂ 'ਚ ਕੀ ਭਲਾ ਹੋਇਆ। ਤੇ ਨਾਲ ਹੀ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਖੇਤੀ ਕਾਨੂੰਨ ਮੈਂ ਨਵੇਂ ਬਣਾਏ ਆ ਇਹਨਾਂ ਨੂੰ ਆਪਾਂ ਕਿਸੇ ਤਰੀਕੇ ਨਾਲ ਵੀ ਵਾਪਸ ਨਹੀਂ ਲਵਾਂਗੇ, ਉਹ ਕਿਸਾਨਾਂ ਲਈ ਬਹੁਤ ਵਧੀਆ ਹੋਣਗੇ। ਜਦ ਕਿ ਅਸੀਂ ਜਿੰਨਾ ਕੁ ਅਸੀਂ ਇਹਨਾਂ ਨੂੰ ਪੜ੍ਹਿਆ ਸਮਝਿਆ ਤੇ ਵਾਚਿਆ ਆ, ਬਿਹਾਰ ਦੇ ਵਿੱਚ ਬਹੁਤ ਪਹਿਲਾਂ ਤੋਂ ਕਿਸਾਨਾਂ ਦਾ ਭਲਾ ਕਰ ਰਹੇ ਆ। ਬਿਹਾਰ ਇੱਕ ਇਹੋ ਜਿਹਾ ਸੂਬਾ ਆ ਜਿੱਥੋਂ ਸਭ ਤੋਂ ਜ਼ਿਆਦਾ ਮਾਈਗ੍ਰੇਟ ਲੇਬਰਸ ਜਿਹੜੀ ਆ ਉਹ ਵੱਖਰੀਆਂ ਸਟੇਟਸ ਨੂੰ ਜਾਂਦੇ ਆ। ਤੇ ਨਾਲ ਹੀ ਉਹਨਾਂ ਨੇ ਉੱਥੇ ਗੱਲ ਇੱਕ ਹੋਰ ਬੜੀ ਦੁਖਦਾਈ ਕੀਤੀ, ਜਿਹੜੀ ਬੀਇੰਗ ਪੰਜਾਬੀ ਸਾਨੂੰ ਬਹੁਤ ਬੁਰੀ ਲੱਗੀ ਕਿ ਜਿਹੜਾ ਸੰਘਰਸ਼ ਆ ਕਿਸਾਨਾਂ ਦਾ, ਉਹ ਕਿਸਾਨ ਨਹੀਂ ਹੈਗੇ, ਉਹ ਕਿਸਾਨ ਨਹੀਂ ਹੈਗੇ, ਨਾ ਹੀ ਉਹ ਖੇਤੀ ਨਾਲ ਜੁੜੇ ਹੋਏ ਲੋਕ ਨੇ, ਉਹ ਸਿਰਫ ਔਰ ਸਿਰਫ ਦਲਾਲ ਨੇ। ਸ਼ਾਇਦ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਕਿਸਾਨੀ ਸੰਘਰਸ਼ ਜਿਹੜਾ ਆ ਉਹ ਬਹੁਤ ਹਲਕਾ ਆ, ਬਹੁਤ ਗਲਤ ਆ। ਇਹ ਸਭ ਨੂੰ ਤੁਸੀਂ ਇੱਕ ਵਾਰੀ ਸਾਨੂੰ ਜਰਾ ਸਮਝਾਓ ਵੀ ਕੀ ਕਹਿਣਾ ਚਾਹੁੰਦੇ ਨੇ ਸਾਡੇ। ਦੇਖੋ ਜੀ, ਗੱਲ ਤੁਹਾਡੀ ਠੀਕ ਆ ਵੀ ਇੱਕ ਰਾਜ ਦੀ ਗੱਲ ਦੂਜੇ ਰਾਜ 'ਚ ਕਰਨੀ, ਦੂਜੇ ਰਾਜ ਦੀ ਗੱਲ ਅਗਲੇ ਰਾਜ 'ਚ ਕਰਨੀ। ਹਾਲਾਂਕਿ ਬਿਹਾਰ ਚੋਣਾਂ ਦੇ ਵਿੱਚ ਇਹਨਾਂ ਨੇ ਵੋਟਾਂ ਲੈਣੀਆਂ। ਬਿਲਕੁਲ, ਵੋਟਾਂ ਲੈ ਕੇ ਉੱਥੇ ਇਹ ਸਾਬਤ ਕਰਨਾ ਵੀ ਅਸੀਂ ਜੋ ਕੀਤਾ ਠੀਕ ਕੀਤਾ। ਜਿਹੜੇ ਤੁਹਾਡੇ ਤੋਂ ਦੂਜੀਆਂ ਪਾਰਟੀਆਂ ਵੋਟਾਂ ਮੰਗਣ ਆਏ ਆ ਉਹ ਗਲਤ ਕਰ ਰਹੇ ਆ ਜੀ। ਬਈ ਅਸੀਂ 370 ਹਟਾਈ ਸੀ 1 ਸਾਲ ਪਹਿਲਾਂ, ਵੀ ਦੇਖੋ ਜੰਮੂ ਕਸ਼ਮੀਰ ਕਿੰਨਾ ਵਧੀਆ ਹੋ ਗਿਆ। ਹਾਲਾਂਕਿ ਉੱਥੇ ਚਲੋ ਘਟਨਾਵਾਂ ਹਜੇ ਵੀ ਹੋਣ ਡਈਆਂ, ਨਹੀਂ ਹੋਣੀਆਂ ਚਾਹੀਦੀਆਂ, ਪਰ ਉਹਨੂੰ ਉਹ ਦਰੁਸਤ ਠਹਿਰਾ ਰਹੇ ਆ। ਕਿਉਂ ਠਹਿਰਾ ਰਹੇ ਆ? ਕਿਉਂਕਿ ਉੱਥੇ ਇੱਕ ਨਵਾਂ ਮੋਰਚਾ ਬਣ ਗਿਆ ਸੀ ਜੀ, ਪੀਪਲਸ ਅਲਾਇੰਸ। ਉਹਨਾਂ ਨੇ ਕਿਹਾ ਵੀ ਅਸੀਂ 370 ਦੀ ਬਹਾਲੀ ਕਰਾਂਗੇ ਜੀ, ਜਿੰਨਾ ਚਿਰ ਇਹ ਬਹਾਲ ਨਹੀਂ ਹੁੰਦਾ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਉਹਦੇ ਵਿੱਚ ਕਾਂਗਰਸ ਵੀ ਹੈਗੀ ਰਲੀ। ਹੁਣ ਚੋਣ ਉੱਥੇ ਕਾਂਗਰਸ ਵੀ ਲੜ ਰਹੀ ਆ, ਕਿਉਂਕਿ PDP ਤਾਂ ਹੋਰ ਫਾਰੂਕ ਤਾਂ ਚੋਣ ਲੜ ਨਹੀਂ ਰਹੇ ਬਿਹਾਰ 'ਚ। ਉਹ ਕਾਂਗਰਸ ਨੂੰ ਨਿਸ਼ਾਨਾ ਸਾਧ ਕੇ ਕਹਿ ਰਹੇ ਆ ਵੀ ਦੇਖੋ ਅਸੀਂ 370 ਹਟਾਤੀ ਹੈ, 370 ਲਾਉਣਾ ਚਾਹੁੰਦੇ ਆ ਜੀ। ਕਹਿੰਦੇ ਜਿਹੜੇ ਜਵਾਨ ਸਰਹੱਦ 'ਤੇ ਲੜਦੇ ਆ ਉਹਦੇ ਨਾਲ ਖਿਲਵਾੜ ਕਰਨਾ ਚਾਹੁੰਦੇ ਆ ਵੀ ਜੇ 370 ਸੀਗੀ ਉਦੋਂ ਨਹੀਂ ਸੀ ਲੜਦੇ ਜਵਾਨ ਸਰਹੱਦ 'ਤੇ ਜੀ, 370 ਹਟਣ ਤੋਂ ਬਾਅਦ ਹੀ ਲੜੇ ਆ। ਜਵਾਨ ਸ਼ਹੀਦ ਪਹਿਲਾਂ ਵੀ ਹੋ ਰਹੇ ਸੀ, ਹੁਣ ਵੀ ਹੋ ਰਹੇ ਆ। ਇਹ ਬਹੁਤ ਹੀ ਮੰਦਭਾਗੀ ਗੱਲ ਆ ਵੀ ਸਾਡੇ ਜਵਾਨ ਜਿਹੜੇ ਅਜਾਈ ਉੱਥੇ ਸ਼ਹੀਦ ਹੋ ਰਹੇ ਆ, ਜਦ ਕਿ ਦੁਸ਼ਮਣ ਦੇਸ਼ ਜਿਹੜਾ ਉਹ ਪ੍ਰੋਕਸੀ ਵਾਰ ਕਰ ਰਿਹਾ, ਲੁਕਵੀਂ ਜੰਗ ਖੇਲ ਰਿਹਾ। ਤੇ ਇਹਦੇ ਉੱਤੇ ਵੀ ਇਹ ਸਿਆਸਤ ਕਰ ਰਹੇ ਆ। ਉੱਥੇ ਵੀ ਇਹਨਾਂ ਨੇ ਇਹ ਕਿਹਾ ਵੀ ਗਲਵਾਨ ਘਾਟੀ 'ਚ ਦੇਖੋ ਜੀ 20 ਜਵਾਨ ਸ਼ਹੀਦ ਹੋ ਗਏ ਤੇ ਉਹਨਾਂ ਦੀ ਸਿਆਸਤ ਹੋ ਰਹੀ ਆ। ਤੇ ਉਸ ਤੋਂ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ 370 ਮੈਂ ਤਾਂ ਨਹੀਂ ਕਿਸੇ ਵੀ ਹਾਲ 'ਚ ਵਾਪਸ ਲੈਣਾ ਜੀ, ਜੋ ਮੈਂ ਕਰਤਾ ਇੱਟ ਵਾਂਗੂ ਪੱਕਾ। ਅਗਲੀ ਗੱਲ ਨਾਲ ਉਹਨਾਂ ਨੇ ਇਹ ਵੀ ਜੋੜਤੀ ਉੱਥੇ ਵੀ ਕਿਸਾਨਾਂ ਦਾ ਜਿਹੜਾ ਖੇਤੀ ਕਾਨੂੰਨ ਅਸੀਂ ਬਣਾਏ ਆ ਵੀ ਉਹ ਹੁਣ ਤੱਕ ਵੀ ਇਹ ਕਹਿੰਦੇ ਆਏ ਆ, ਤਾਂ ਗਾਹਾਂ ਵੀ ਸ਼ਾਇਦ ਇਹ ਕਹਿੰਦੇ ਰਹਿਣਗੇ ਵੀ ਇਹ ਕਿਸਾਨਾਂ ਦੀ ਬਿਹਤਰੀ ਲਈ ਆ, ਅਸੀਂ ਇਹਦੇ ਤੋਂ ਇੱਕ ਕਦਮ ਪਿੱਛੇ ਨਹੀਂ ਹਟਾਂਗੇ। ਕੱਲ੍ਹ ਵੀ ਬਿਹਾਰ 'ਚ ਉਹਨਾਂ ਨੇ ਠੋਕ ਕੇ ਕਿਹਾ। ਇਸ ਤੋਂ ਇਹ ਸਾਫ਼ ਦਿਖਦਾ ਵੀ ਕੇਂਦਰ ਦਾ ਜਿਹੜਾ ਰਵੱਈਆ ਅੜੀਅਲ ਬਣ ਗਿਆ ਆ। ਉਹ ਕਿਸੇ ਵੀ ਪੈਰ ਹੇਠ ਆਉਣ ਦੀ ਆਪਣੀ ਲੱਗਦਾ ਨਹੀਂ ਵੀ ਉਹ ਕਿਸੇ ਦੇ ਮੰਨਣਗੇ, ਕਿਸੇ ਵੀ ਰਾਹ ਪੈਣਗੇ, ਕਿਸਾਨਾਂ ਦੇ ਅੰਦੋਲਨ ਅੱਗੇ ਕਿਸੇ ਤਰੀਕੇ ਨਾਲ ਝੁਕਣਗੇ, ਕਿਉਂਕਿ ਉਹਨਾਂ ਦਾ ਹਰ ਵਾਰ ਰਵੱਈਆ ਅੜੀਅਲ ਹੁੰਦਾ। ਜਿਹੜੀ ਅਗਲੀ ਗੱਲ ਤੁਸੀਂ ਕਹੀ ਵੀ ਉਹਨਾਂ ਨੇ ਦਲਾਲ ਕਿਹਾ, ਉਹਨਾਂ ਨੇ ਹਿੰਦੀ ਦੇ ਵਿੱਚ ਉੱਥੇ ਵੀ ਉਹਨਾਂ ਨੇ ਇਹਦੀ ਇੱਕ ਕੀ ਹੁੰਦੀ ਆ ਸ਼ੁਰੂਆਤ ਵਾਸਤੇ ਨਾ ਇਹਨਾਂ ਨੇ ਭਰਮਾਉਣਾ ਹੁੰਦਾ ਲੋਕਾਂ ਨੂੰ। ਜਿਹੜੇ ਸਟੇਟ 'ਚ ਜਾਣਾ ਉੱਥੋਂ ਦੀ ਭਾਸ਼ਾ ਬੋਲਣੀ ਆ। ਭੋਜਪੁਰੀ ਦੇ ਵਿੱਚ ਉਹਨਾਂ ਨੇ ਸੰਬੋਧਨ ਕੀਤਾ ਸੀਗਾ ਜੀ, ਸਟਾਰਟਿੰਗ ਜਿਹੜਾ ਭੋਜਪੁਰੀ ਪੇ ਉਹਦੇ ਬਿਹਾਰੀਆਂ ਸੰਬੋਧਨ ਕਰਨਾ। ਉੱਥੇ ਜਦੋਂ ਉਹਨਾਂ ਨੇ ਨਾਲ ਜਦੋਂ ਦਲਾਲਾਂ ਦੀ ਗੱਲ ਕੀਤੀ, ਉਹ ਕਹਿੰਦੇ ਆ
कि खेती कानूनों का विरोध तो एक बहाना है, दलालों को बचाना है। जी ਹੁਣ ਉਹ ਦਲਾਲ ਕਿਹਨੂੰ ਕਹਿਣਾ ਚਾਹੁੰਦੇ ਆ ਤੇ ਕਿਹਦੇ ਬਾਰੇ ਗੱਲ ਕਹਿ ਰਹੇ ਆ, ਇਹ ਚੰਗੀ ਤਰ੍ਹਾਂ ਉੱਥੋਂ ਦੇ ਬਿਹਾਰ ਦੇ ਲੋਕਾਂ ਨੂੰ ਵੀ ਪਤਾ, ਤੇ ਜੇ ਆਪਾਂ ਪੰਜਾਬੀ ਕਿਸਾਨਾਂ ਨੂੰ ਵੀ ਪਤਾ ਵੀ ਦਲਾਲਾਂ ਦੀ ਗੱਲ ਕਿਹੜੀ ਕਰ ਰਹੇ ਆ। ਜੀ ਅਗਲੀ ਗੱਲ ਮੈਂ ਜ਼ਰੂਰ ਕਹੂੰਗਾ ਵੀ ਜੇ ਖੇਤੀਬਾੜੀ ਦੀ ਗੱਲ ਕਰਨੀ ਆ ਤੇ ਪੰਜਾਬ ਆ ਕੇ ਗੱਲ ਕਰੋ ਜਿਨ੍ਹਾਂ ਦੇ ਉੱਤੇ ਤੁਸੀਂ ਕੁਹਾੜਾ ਰੱਖਿਆ ਹੋਇਆ ਹੈ, ਜੀ ਜਿਨ੍ਹਾਂ ਦਾ ਗਲ ਵੱਢਣ ਵਾਲਾ ਹੀ ਆ, ਵੱਢੇ ਦਿੱਤਾ ਹੈ ਕਿਸਮ ਨਾਲ, ਉਹਦੇ ਇੱਕ ਮਾੜੇ ਜੇ ਸੱਟ ਮਾਰਨ ਦੀ ਦੇ ਰਿਹਾ, ਵੱਢ ਹੋ ਜਾਣਾ। ਤੇ ਜੇ ਤੁਸੀਂ ਉੱਥੇ ਬਿਹਾਰ ਕਰੋਗੇ, ਬਿਹਾਰ 'ਚ ਤਾਂ ਪਹਿਲੇ ਹੈ ਨਹੀਂ, ਉੱਥੇ ਨਾ ਤਾਂ MSP ਆ, ਬਿਲਕੁਲ ਨਾ ਉੱਥੇ ਮੰਡੀਆਂ 2006 ਦੀਆਂ ਖਤਮ ਹੋ ਚੁੱਕੀਆਂ। ਇੱਕ ਅੱਧੇ ਕਿਤੇ ਸ਼ਹਿਰ 'ਚ ਹੋਊਗੀ ਮੰਡੀ ਚੱਲਦੀ, ਉਹ ਵੀ ਉਨੀ ਪਾਏਦਾਰ ਨਹੀਂ ਹੈ ਜਿੰਨੀ ਪੰਜਾਬ ਹਰਿਆਣਾ 'ਚ ਚੱਲਦੀ ਆ। ਤੇ ਜੇ ਉੱਥੇ ਇਸ ਤਰੀਕੇ ਨਾਲ ਵਧੀਆ MSP ਮਿਲਦੀ ਹੁੰਦੀ ਤੇ ਉੱਥੇ ਜੇ 5-5 6-6 10-10 ਖੇਤ ਵਾਲੇ ਜਿਹੜੇ ਹੈਗੇ ਆ ਬਿਹਾਰੀ ਲੋਕ, ਉਹ ਮਜ਼ਦੂਰੀ ਕਿਉਂ ਕਰਦੇ ਪੰਜਾਬ ਆ ਕੇ? ਜੀ ਜੇ ਉਹਨਾਂ ਨੂੰ ਵਧੀਆ ਮਿਲਦਾ ਹੁੰਦਾ, ਉੱਥੇ ਸਾਰਾ ਕੁਝ ਜੁਗਾੜ ਬਣਿਆ ਹੁੰਦਾ, ਉਹਦਾ ਨਾਂ ਤੋੜਦੇ ਮੰਡੀਕਰਨ ਦਾ ਸਿਸਟਮ, ਤਾਂ ਫਿਰ ਉਹਨਾਂ ਨੇ ਹੋਰ ਰਾਜਾਂ ਜਾ ਕੇ ਮਜ਼ਦੂਰੀ ਕਾਹਨੂੰ ਕਰਨੀ ਸੀਗੀ? ਐ ਲੱਖਾਂ ਪਿੰਡਾਂ ਚੱਲ ਕੇ ਗਏ ਉਹ ਲੋਕਡਾਊਨ ਦੇ ਵਿੱਚ, ਤੇ ਉਹ ਮਜ਼ਦੂਰੀ ਕਰਦੇ ਸੀ ਵੱਖ-ਵੱਖ ਰਾਜਾਂ 'ਚ, ਤਾਂ ਹੀ ਆਪਣੇ ਘਰਾਂ ਨੂੰ ਗਏ ਆ। ਉਹ ਕਹਿੰਦੇ ਆ ਕਰੋਨਾ ਨਾਲ ਮਰਨਾ, ਇੱਥੇ ਕਿਉਂ ਮਰੀ, ਅਸੀਂ ਆਪਣੇ ਘਰ ਜਾ ਕੇ ਮਰਾਂਗੇ, ਆਪਣੇ ਘਰਦਿਆਂ ਦੇ ਕੋਲ ਮਰਾਂਗੇ, ਕੋਈ ਚੱਕੂ ਤਾਂ ਸਹੀ, ਇੱਥੇ ਕਿਸੇ ਨੇ ਬਾਤ ਵੀ ਨਹੀਂ ਪੁੱਛਣੀ ਕਰੋਨੇ ਦੇ ਨਾਲ। ਤੇ ਇਹ ਉਹਨਾਂ ਦੀ ਮਜ਼ਦੂਰਾਂ ਦੀ ਦਸ਼ਾ ਸੀ। ਜਦੋਂ ਨਿਤਿਸ਼ ਕੁਮਾਰ ਨੇ ਉਹਨਾਂ ਨੂੰ ਕਹਿ ਦਿੱਤਾ ਸੀਗਾ ਵੀ ਤੁਹਾਡੇ ਲਈ ਸਾਡੇ ਸਟੇਟ 'ਚ ਜਗ੍ਹਾ ਹੈ ਨਹੀਂ, ਜਿੱਥੇ ਹੈਗੇ ਉੱਥੇ ਰਹੋ, ਜੀ ਉਹਦਾ ਵੀ ਉਹਨਾਂ ਦੇ ਵਿੱਚ ਗੁੱਸਾ ਆ ਬਿਹਾਰ ਵਾਸੀਆਂ ਤੇ। ਪ੍ਰਧਾਨ ਮੰਤਰੀ ਦਾ ਜਿਹੜਾ ਇਹ ਕਹਿਣਾ ਵੀ ਇਹ ਜਿਹੜੇ ਦਲਾਲ ਕਰਦੇ ਆ, ਤੇ ਫਿਰ ਇੱਕ ਉਹਨਾਂ ਨੂੰ ਪੁੱਛਣ ਵਾਲੀ ਗੱਲ ਆ ਵੀ ਤੁਸੀਂ 8-10 ਮੰਤਰੀ ਜਿਹੜੇ ਪੰਜਾਬ ਭੇਜੇ ਆ, ਜੀ ਉਹ ਕਿਹਨਾਂ ਨੂੰ ਸਮਝਾਉਣ ਲਈ ਭੇਜੇ? ਫਿਰ ਦਲਾਲਾਂ ਨੂੰ। ਤੇ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਆ, ਨਾਲ ਕਹਿ ਰਹੇ ਦਲਾਲ ਆ, ਵਿਰੋਧੀ ਧਿਰ ਨੂੰ ਭੜਕਾ ਰਹੀ ਆ, ਤਾਂ ਫਿਰ ਵਿਰੋਧੀ ਧਿਰ ਨੂੰ ਸਮਝਾਓ ਨਾ, ਕਿਸਾਨਾਂ ਨੂੰ ਸਮਝਾਉਣ ਲਈ ਕਿਉਂ ਭੇਜੀ ਜਾਂਦੇ ਆ? ਜੀ ਤੇ ਖੇਤੀ ਮਹਿਕਮੇ ਵੱਲੋਂ, ਖੇਤੀ ਮੰਤਰਾਲੇ ਵੱਲੋਂ ਜਿਹੜੀਆਂ 2 ਚਿੱਠੀਆਂ ਪਾਈਆਂ ਗਈਆਂ ਸੀਗੀਆਂ, ਉਹ ਫਿਰ ਦਲਾਲਾਂ ਨਾਲ ਗੱਲਬਾਤ ਕਰਨ ਗੱਲ ਇਹੀ ਆ ਨਾ, ਸੱਦਾ ਪੱਤਰ ਜਿਹੜਾ ਸੱਦਿਆ ਸੀਗਾ, ਉਹਨਾਂ ਨੂੰ ਬੁਲਾਵਾ ਦਿੱਤਾ ਸੀ ਗੱਲਬਾਤ ਕਰਨ ਲਈ, ਫਿਰ ਉਹ ਵੀ ਦਲਾਲਾਂ ਨੂੰ ਹੋਇਆ ਕਿਸਮ ਨਾਲ। ਜੀ ਜੇ ਇੱਕ ਪਾਸੇ ਤੁਸੀਂ ਇਸ ਸਟੈਂਡ ਲੈ ਕੇ ਬੈਠੇ ਆ ਵੀ ਨਹੀਂ ਪਿੱਛੇ ਹਟਣਾ, ਦੂਜੇ ਪਾਸੇ ਕਹਿੰਦੇ ਜੀ ਵਿਰੋਧੀ ਧਿਰ ਨੂੰ ਭੜਕਾ ਰਹੀ ਆ। ਇੱਕ ਚੀਜ਼ ਰੱਖੋ ਨਾ, ਜੇ ਭੜਕਾ ਰਹੀ ਆ ਤਾਂ ਫਿਰ ਤੁਸੀਂ ਦੇਖੋ ਇਹਨਾਂ ਅੰਦੋਲਨਾਂ ਦੇ ਵਿੱਚ ਬੀਬੀਆਂ ਕਿੱਥੋਂ ਆ ਗਈਆਂ? ਬਿਲਕੁਲ ਬੀਬੀਆਂ ਦੀ ਸ਼ਮੂਲੀਅਤ ਹੋਣਾ, ਬਿਲਕੁਲ ਬੀਬੀਆਂ ਦੀ ਸ਼ਮੂਲੀਅਤ ਹੋਣਾ, ਉਹ ਦਲਾਲਾਂ ਵਾਲਾ ਕੰਮ ਤਾਂ ਹੈ ਨਹੀਂ। ਉਹਨਾਂ ਨੂੰ ਵੀ ਦਿਖਦਾ ਵੀ ਸਾਡੇ ਜਿਹੜੇ ਘਰ ਦੀ ਹਾਲਤ ਆ ਇਸ ਵੇਲੇ ਕਿਸਾਨੀ ਸਿਰ ਤੇ ਆ। ਜੇ ਕੱਲ੍ਹ ਨੂੰ ਇਹ ਕਾਨੂੰਨ ਪੂਰੀ ਤਰ੍ਹਾਂ ਨਾਲ ਲਾਗੂ ਹੋ ਗਏ ਪੰਜਾਬ ਦੇ ਉੱਤੇ, ਤੇ ਜਿਹੜੇ ਕਿਸਾਨ ਪਹਿਲਾਂ ਖੁਦਕੁਸ਼ੀਆਂ ਕਰ ਰਹੇ ਆ, ਉਹਨਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋਣਾ ਲਗਭਗ ਪੂਰੀ ਤਰ੍ਹਾਂ ਸੰਭਵ ਆਪਾਂ ਕਹਿ ਸਕਦੇ ਹਾਂ, ਕਿਉਂਕਿ ਜੋ ਹਾਲਾਤ ਕਿਸਾਨੀ ਦੇ ਉਦੋਂ ਹੋ ਜਾਣੇ ਆ, ਉਹ ਤੋਂ ਲੱਗਦਾ ਨਹੀਂ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇ। ਜਿਹੜੀ ਆਮਦਨ ਪਹਿਲਾਂ ਵੀ ਹੁੰਦੀ ਆ, ਉਹ ਵੀ ਉਹਨਾਂ ਦੀ ਅੱਧੇ ਨਾਲੋਂ ਵੀ ਘੱਟ ਰਹਿ ਜਾਣੀ ਆ। ਇਹਨੂੰ ਚੰਗੀ ਤਰ੍ਹਾਂ ਜਿਹੜੀਆਂ ਘਰ ਦੀ ਗ੍ਰਹਿਣੀ ਹੁੰਦੀ ਆ, ਉਹ ਬਹੁਤ ਵਧੀਆ ਤਰੀਕੇ ਨਾਲ ਸਮਝਦੀ ਆ। ਇਸੇ ਕਰਕੇ ਐਵੇਂ ਨਹੀਂ ਉਹਨਾਂ ਨੇ ਜਾ ਕੇ ਰੇਲ ਪਟੜੀਆਂ ਦੇ ਚੁੱਲ੍ਹੇ ਚੌਂਕੇ ਢਾਹ ਲਏ ਆ। ਜੀ ਘਰ ਨਹੀਂ ਉਹਨਾਂ ਦੀ ਰੋਟੀਆਂ ਪੱਕਦੀਆਂ। ਮੇਰਾ ਖਿਆਲ ਹੈ ਕੋਈ 100-150 ਜਗ੍ਹਾ ਦੇ ਉੱਤੇ ਪੰਜਾਬ 'ਚ ਧਰਨੇ ਪ੍ਰਦਰਸ਼ਨ ਹੋ ਰਹੇ ਆ, ਬਹੁਤ ਜ਼ਿਆਦਾ ਜਗ੍ਹਾ ਤੇ ਹੋ ਰਹੇ ਆ। ਸਿਰਫ ਉਹਨਾਂ ਦੀ ਦਿਆਨਤਦਾਰੀ ਦੇਖੋ ਇੱਕ ਕਿਸਾਨਾਂ ਦੀ, ਜਿਹੜੀ ਇਹਨਾਂ ਨੂੰ ਬਾਰ-ਬਾਰ ਉਹਨਾਂ ਨੂੰ ਟੌਂਚ ਕਰ ਰਹੇ ਆ ਵੀ ਨਹੀਂ ਜੀ ਇਹ ਵਿਰੋਧੀ ਦੇ ਹੱਥੇ ਚੜ੍ਹੇ ਹੋ ਆ, ਵਿਰੋਧੀਆਂ ਦੇ ਕਹੇ ਤੇ ਇਹ ਭੜਕੇ ਹੋਏ ਆ, ਤੇ ਜੇ ਇਹ ਭੜਕੇ ਹੋਏ ਹੁੰਦੇ ਤਾਂ ਤੁਹਾਡਾ ਤਾਂ ਆਹ ਰੇਲ ਬਿਲਕੁਲ ਨਹੀਂ ਚੱਲਣ ਦਿੰਦੇ। ਜੀ ਉਹਨਾਂ ਨੇ ਇੱਕ ਅਪੀਲ ਕਰਦੇ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਮੰਨ ਲਈ ਨਾ ਗੱਲ, ਬਿਲਕੁਲ ਅਸੀਂ ਮਾਲ ਗੱਡੀਆਂ ਚਲਾਉਣ ਦੇ ਦਿੰਦੇ, ਠੀਕ ਆ, ਸਾਡਾ ਪੰਜਾਬ ਆ, ਇਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਔਰ ਉਹਦੇ ਨਾਲ ਫਾਇਦਾ ਇਹ ਹੋਇਆ ਵੀ ਚਲੋ 2 ਦਿਨਾਂ ਦੇ ਵਿੱਚ 52-53 ਮਾਲ ਗੱਡੀਆਂ ਚੱਲੀਆਂ, ਜਿਹਦੇ ਵਿੱਚ ਕੋਲਾ ਵੀ ਆਇਆ, ਖਾਦ ਵੀ ਆਈ, ਹੋਰ ਪੈਟਰੋਲੀਅਮ ਪਦਾਰਥ ਵੀ ਆਏ ਆ, ਤੇ ਉਹ ਉਹਨਾਂ ਨੂੰ ਪੰਜਾਬ ਦੀ ਫਿਕਰ ਹੈਗੀ ਤਾਂ ਹੀ ਆ। ਬਿਲਕੁਲ। ਤੇ ਜੇ ਇਹ ਅੰਦੋਲਨ ਕਿਤੇ ਹਿੰਸਕ ਰੂਪ ਰੱਬ ਨਾ ਕਰੇ ਧਾਰ ਜਾਂਦਾ ਤੇ ਫੇਰ ਕੀ ਬਣਦਾ? ਜੀ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਆ, ਪੂਰੀ ਤਰ੍ਹਾਂ ਸਰਕਾਰ ਦੇ ਕਹਿਣੇ ਦੇ ਵਿੱਚ ਚੱਲ ਰਹੇ ਆ। ਜਿੱਦਾਂ ਉਹਨਾਂ ਨੂੰ ਲੱਗਦਾ ਵੀ ਕਿਤੇ ਪੰਜਾਬ ਦਾ ਨੁਕਸਾਨ ਹੁੰਦਾ, ਉਹ ਵੀ ਗੱਲ ਮੰਨਦੇ ਆ, ਤੇ ਤੁਹਾਨੂੰ ਵੀ ਉਹ ਤਰੀਕੇ ਨਾਲ ਗੱਲਬਾਤ ਰਾਹੀਂ ਦੱਸ ਰਹੇ ਆ। ਬਿਲਕੁਲ। ਤੇ ਫਿਰ ਤੁਸੀਂ ਉਹਦੇ ਮੂਹਰੇ ਆਈਡੀਅਲ ਰਵੱਈਆ ਅਪਣਾ ਕੇ ਕਹਿ ਰਹੇ ਆ ਨਹੀਂ ਜੀ ਇਹ ਤਾਂ ਦਲਾਲ ਆ ਜੀ, ਇਹ ਦਲਾਲਾਂ ਨੂੰ ਬਚਾ ਰਹੇ ਆ, ਵਿਰੋਧੀ ਧਿਰ ਦਾ ਸਾਰਾ ਕੰਮ ਆ। ਜੀ ਭਾਈ ਸਾਹਿਬ ਬਹੁਤ ਦੇਰ ਹੋ ਗਈ ਆ, ਹਜੇ ਵੀ ਸਮਝ ਜਾਓ, ਕੁਛ ਇਹਦੇ ਬਾਰੇ ਸੋਚੋ। ਕਿਸਾਨੀ ਅੰਦੋਲਨ ਦੇ ਉੱਤੇ ਇਸ ਤਰੀਕੇ ਨਾਲ ਕਿਚੜ ਨਾ ਉਠਾ ਲਓ, ਕਿਉਂਕਿ ਇਹ ਅੰਨਦਾਤਾ ਆ ਪੂਰੇ ਦੇਸ਼ ਦਾ। ਜੇ ਅੱਜ ਮੰਨ ਲਓ ਗਾਹਾਂ ਕਣਕ ਨਹੀਂ ਬੀਜਦਾ ਤਾਂ ਫਿਰ ਇਹਨਾਂ ਨੂੰ ਉਹੀ ਫਿਰ ਵਿਦੇਸ਼ਾਂ ਤੋਂ ਮੰਗਵਾਉਣੀ ਚੰਗੀ ਰਹੂਗੀ। ਫਿਰ ਨਹੀਂ, ਇਹ ਗੱਲ ਇੱਕ ਇਹਨੂੰ ਆਪਾਂ ਜੇ ਇਹਦਾ ਦੂਜਾ ਪਹਿਲੂ ਵਿਚਾਰੀਏ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਜਾਂ ਕੋਈ ਵੱਡੇ ਲੀਡਰ ਭਾਸ਼ਣ ਦਿੰਦੇ ਨੇ, ਆਪ ਤੇ ਉਹ ਪੰਜਾਬ ਆਏ ਨਹੀਂ ਇਸ ਦੌਰਾਨ, ਨਾ ਤੇ ਉਹਨਾਂ ਨੇ ਦੇਖਿਆ ਹੈ ਕਿ ਜਿਹੜੇ ਧਰਨੇ ਪ੍ਰਦਰਸ਼ਨ ਨੇ ਉਹ ਕੌਣ ਕਰ ਰਿਹਾ ਤੇ ਕੌਣ ਨਹੀਂ ਕਰ ਰਿਹਾ। ਸ਼ਾਇਦ ਫੋਟੋਗ੍ਰਾਫ ਦੇਖੀਆਂ ਹੋਣਗੀਆਂ ਉਹਨਾਂ ਨੇ, ਜਾਂ ਤੇ ਉਹਨਾਂ ਨੂੰ ਫਿਰ ਇੱਥੇ ਕੋਈ ਇਹਨਾਂ ਦੀਆਂ ਕੋਈ ਏਜੰਸੀਆਂ ਉਹਨਾਂ ਨੂੰ ਦੱਸਦੀਆਂ ਹੋਣਗੀਆਂ, ਤੇ ਜਾਂ ਪੰਜਾਬ ਦੀ ਜਿਹੜੀ ਲੋਕਲ BJP ਦੀ ਬੋਡੀ ਆ ਉਹ ਉਹਨਾਂ ਨੂੰ ਦੱਸਦੀ ਹੋਊਗੀ। ਤੇ ਇਹਨਾਂ ਨੂੰ ਜਿਹੜੀ ਲੋਕਲ BJP ਦੀ, ਸਾਡੀ ਪੰਜਾਬ ਦੀ BJP ਇਕਾਈ ਆ, ਇਹਨਾਂ ਨੂੰ ਵੀ ਸਰਕਾਰ ਨੂੰ ਇੱਕ ਵਾਰ ਦੱਸਣਾ ਚਾਹੀਦਾ ਵੀ ਅਸੀਂ ਵੋਟਾਂ ਜਿਹੜੀਆਂ ਤੁਸੀਂ ਰੌਲਾ ਪਾ ਰਹੇ ਆ ਵੀ ਇਸ ਪ੍ਰਧਾਨ ਸਾਹਿਬ ਪੰਜਾਬ ਦੇ BJP ਦੇ ਜਿਹੜੇ ਹੋਰ ਵੀ ਲੀਡਰ ਨੇ, ਉਹ ਜਦੋਂ ਵੀ ਕੋਈ ਬਿਆਨ ਦਿੰਦੇ ਆ, ਚਾਹੇ ਉਹ ਕਿਸਾਨੀ ਸੰਘਰਸ਼ ਦੇ ਦੌਰਾਨ ਹੀ ਅਸੀਂ ਉਹਨਾਂ ਦੀਆਂ ਮੀਟਿੰਗ ਸੁਣੀਆਂ ਜਾਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਉਹ ਕਹਿੰਦੇ ਅਸੀਂ 117 ਸੀਟਾਂ ਤੇ ਇਲੈਕਸ਼ਨ ਲੜਨੀ ਆ, ਤੇ ਫਿਰ ਉਹਨਾਂ ਨੇ ਵੋਟਾਂ ਜਿਹੜੀਆਂ ਆ ਉਹ
ਉਹ ਦਲਾਲਾਂ ਤੋਂ ਲੈਣੀਆਂ ਜਾਂ ਦਲਾਲਾਂ ਨੂੰ ਬਚਾਉਣ ਵਾਲਿਆਂ ਤੋਂ ਲੈਣੀਆਂ ਜਾਂ ਪੰਜਾਬ ਦੇ ਆਮ ਲੋਕਾਂ ਤੋਂ ਲੈਣੀਆਂ। ਜੇ ਤਾਂ ਉਹਨਾਂ ਨੇ ਦਲਾਲਾਂ ਤੋਂ ਲੈਣੀਆਂ ਫਿਰ ਵੀ ਨਹੀਂ ਮਿਲਣੀਆਂ, ਜੇ ਤੁਸੀਂ ਕਿਸਾਨਾਂ ਤੋਂ ਲੈਣੀਆਂ ਤੇ ਫਿਰ ਵੀ ਨਹੀਂ ਮਿਲਣੀਆਂ। ਬਿਲਕੁਲ। ਤੇ ਫਿਰ ਉਹਨਾਂ ਇਹ ਪੰਜਾਬ ਦੀ ਬੀਜੇਪੀ ਨੂੰ ਵੀ ਚਾਹੀਦਾ ਕਿ ਉਹ ਆਪਣੀ ਸਰਕਾਰ ਨੂੰ ਆਪਣੇ ਤੱਕ, ਜੇ ਉਹ ਬੇਸ਼ੱਕ ਵਿਧਾਨ ਸਭਾ 'ਚ ਅਸੀਂ ਉਸ ਦਿਨ ਦੇਖਿਆ ਵੀ ਉਹ ਉੱਥੇ ਪੇਸ਼ ਨਹੀਂ ਹੋਏ ਉਸ ਸੰਘਰਸ਼ ਦੇ ਵਿੱਚ, ਉਸ ਜਿੱਦਣ ਸਪੈਸ਼ਲ ਸੈਸ਼ਨ ਸੀਗਾ ਤੇ ਉਦੋਂ ਉਹਨਾਂ ਨੇ ਉੱਥੇ ਗੱਲਬਾਤ ਆਪਣੀ ਨਹੀਂ ਰੱਖੀ ਤੇ ਗੈਰ ਹਾਜ਼ਰ ਹੋਏ ਸਰਕਾਰ ਦੇ। ਉਹ ਆਪਣੀ ਵੱਡੀ ਪਾਰਟੀ ਦੇ ਕੌਮੀ ਹਿੱਤਾਂ ਨੂੰ ਦੇਖ ਕੇ, ਪਰ ਉਹ ਉਹਨਾਂ ਨੂੰ ਆਪਣੀ ਗੱਲ ਤੇ ਦੱਸ ਹੀ ਸਕਦੇ ਆ, ਪੰਜਾਬ ਦੀ ਗਰਾਊਂਡ ਰਿਐਲਿਟੀ ਤਾਂ ਸਮਝਾ ਹੀ ਸਕਦੇ ਆ ਵੀ ਹੋ ਕੀ ਰਿਹਾ। ਇਹ ਸਾਰੀ ਗੱਲਬਾਤ ਦੇ ਉੱਤੇ ਅਸੀਂ ਜਿਹੜੀ ਚਰਚਾ ਆ ਉਹ ਅਗਲੇ ਅੰਕ 'ਚ ਕਰਦੇ ਹਾਂ। ਕੈਮਰਾਮੈਨ ਸਾਹਿਬ ਕਹਿੰਦੇ ਆ ਕਿ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਅਸੀਂ ਗੱਲ ਕਰ ਰਹੇ ਸੀਗੇ ਪ੍ਰਧਾਨ ਮੰਤਰੀ ਸਾਹਿਬ ਦੇ ਇੱਕ ਦੂਜੇ ਪ੍ਰਦੇਸ਼ 'ਚ ਵੋਟਾਂ ਦੇ ਸਮੇਂ ਤੇ ਦਿੱਤੇ ਹੋਏ ਭਾਸ਼ਣ ਦੀ, ਤੇ ਇੱਕ ਸਾਡੇ ਸਟੇਟ ਦੇ ਇੱਕ ਸੰਘਰਸ਼ ਨੂੰ ਜਿਹੜਾ ਬਹੁਤ ਦਿਨਾਂ ਤੋਂ ਚੱਲ ਰਿਹਾ, ਮਹੀਨੇ ਤੋਂ ਵੀ ਉੱਪਰ ਹੋ ਗਿਆ, ਉਹਦੇ ਵਿੱਚ ਉਸ ਸੰਘਰਸ਼ ਦੀ ਮੂਲ ਭਾਵਨਾ ਨੂੰ ਹੀ ਉਲਟ ਦੱਸਣ ਦੀ। ਜੀ ਬਿਲਕੁਲ। ਇਹ ਕਿੱਦਾਂ ਹੋ ਸਕਦਾ ਕਿ ਇੰਨੇ ਸਾਰੇ ਲੋਕ 150-200 ਜਗ੍ਹਾ ਦੇ ਉੱਤੇ ਰੇਲਾਂ ਬੰਦ ਕਰਕੇ ਕਿਸੇ ਗਲਤ ਚੀਜ਼ ਨੂੰ ਸਿੱਧ ਕਰ ਰਹੇ ਆ? ਨਹੀਂ, ਇਹ ਆਪ ਮੁਹਾਰੇ ਆਏ ਲੋਕ ਆ, ਨਾ ਕਿ ਇਹਨਾਂ ਨੂੰ ਕਿਸੇ ਪਾਰਟੀ ਨੇ ਸੱਦਿਆ ਜੀ, ਨਾ ਹੀ ਕਿਸੇ ਦੇ ਕਹੇ ਤੇ ਆਉਣ ਵਾਲੇ ਆ। ਬਿਲਕੁਲ। ਤੇ ਜੇ ਆਉਣ ਵਾਲੇ ਹੁੰਦੇ ਤਾਂ ਬੱਚਾ ਦੇ ਕਿਸੇ ਦੇ ਕਹੇ ਨਹੀਂ ਆਉਂਦਾ, ਬੱਚਿਆਂ ਤੱਕ ਉਹਦੇ ਵਿੱਚ ਸ਼ਾਮਲ ਆ। ਬੱਚੇ ਨੂੰ ਪਤਾ ਵੀ ਜਿਹੜੀ ਗੱਲ ਇਹ ਦਲਾਲ ਨੂੰ ਕਹਿ ਰਹੇ ਆ ਉਹ ਦਲਾਲ ਹੈ ਕੌਣ ਆ। ਬਿਲਕੁਲ। ਇਹ ਗੱਲ ਅਲਟੀਮੇਟਲੀ ਲਿਆਦਾ ਆੜਤੀਆਂ ਤੇ ਰਹੇ ਆ। ਮੰਡੀ ਸਿਸਟਮ ਜਿਹੜਾ ਸਾਡਾ ਮੌਜੂਦਾ ਸਿਸਟਮ ਹੈ, ਉਹ ਮੰਡੀ ਸਿਸਟਮ ਚੱਲੂਗਾ ਤਾਂ ਆੜਤੀਏ ਚੱਲਣਗੇ। ਤੇ ਜੇ ਤੁਸੀਂ ਮੰਡੀ ਸਿਸਟਮ ਹੀ ਤੋੜਤਾ ਤਾਂ ਫਿਰ ਉਹਦੇ ਵਿੱਚ ਦਲਾਲਾਂ ਵਾਲੀ ਜੇ ਤੁਸੀਂ ਗੱਲ ਆੜਤੀਆਂ ਦੀ ਰਹਿੰਦੀ ਆ ਤਾਂ ਉਹ ਕਿੱਥੇ ਜਾਊਗੀ। ਹੁਣ ਕੱਲ ਨੂੰ ਵਪਾਰੀ ਕੋਈ ਦਿੱਲੀ ਦਾ ਕੋਈ ਬੰਬੇ ਦਾ ਆ, ਉਹ ਆਊਗਾ ਇੱਥੇ, ਉਹਨੇ ਆਉਣਾ ਸੀਜ਼ਨ ਦੇ ਵਿੱਚ, ਸੀਜ਼ਨ ਟਾਈਮ ਜਦੋਂ ਫਸਲ ਪੱਕਣੀ ਆ, ਤੇ ਜਦੋਂ ਇਨ ਬਿਟਵੀਨ ਜੇ ਕਿਸੇ ਕਿਸਾਨ ਨੂੰ ਖੜੇ ਪੈਰ ਕਿਤੇ ਲੋੜ ਪੈ ਜਾਏ ਪੈਸੇ ਦੀ, ਜਾਂ ਖੜੇ ਪੈਰ ਕਿਤੇ ਬਹੁਤ ਵੱਡਾ ਉਹਦੇ ਤੇ ਸੰਕਟ ਆ ਜਾਵੇ, ਉਹਨੂੰ ਮਾਇਆ ਦੀ ਲੋੜ ਪੈ ਜਾਏ, ਤਾਂ ਕੀ ਉਹ ਦਿੱਲੀ ਜਾਊਗਾ ਜਾਂ ਬੰਬੇ ਵਪਾਰੀ ਕੋਲ ਜਾਊਗਾ? ਇਹੀ ਸਿਸਟਮ ਜਿਹੜਾ ਪਹਿਲਾਂ ਤਾਂ ਹੀ ਸੀਗਾ ਵੀ ਆੜਤੀਏ ਤਾਂ ਉਹਨਾਂ ਦੀ ਇੱਕ ATM ਆ। ਬਿਲਕੁਲ। ਜਿਵੇਂ ਜਿਵੇਂ ਆਪਾਂ ਕਾਰਡ ਪਾਉਨੇ ATM ਦੇ ਵਿੱਚ ਜਾ ਕੇ ਜਿੰਨੇ ਪੈਸੇ ਰੱਖੇ ਬਾਹਰ ਨਿਕਲ ਆਉਂਦੇ 1 ਸੈਕਿੰਡ ਦੇ ਵਿੱਚ, 2 ਸੈਕਿੰਡ 'ਚ, ਇਸੇ ਤਰ੍ਹਾਂ ਇਹਨਾਂ ਦਾ ATM ਆ। ਉਹ ਜਾਂਦੇ ਆੜਤੀਏ ਕੋਲ, ਬਾਊ ਜੀ ਬਹੁਤ ਲੋੜ ਪੈ ਗਈ ਆ, 10,000 ਦੇਈ। ਆੜਤੀਆ ਵੀ ਮਿੰਟ ਲਾਉਂਦਾ, ਪਤਾ ਫਸਲ ਮੇਰੇ ਕੋਲ ਹੀ ਆਉਣੀ ਆ। ਇਹ ਸਿਸਟਮ ਕਿੱਦਾਂ ਬਣਾਉਗੇ ਇਹ ਦੱਸੋ? ਮੈਨੂੰ ਸਮਝ ਨਹੀਂ ਲੱਗਦੀ। ਇਹ ਤੋੜ ਕੇ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਪੂਰਤੀ ਕਰਨਗੇ ਉਹਨਾਂ? ਇਹਦਾ ਸਿਸਟਮ ਤਾਂ ਇਹ ਹੋਣਾ ਚਾਹੀਦਾ ਸੀਗਾ ਕਿ ਉਹਨਾਂ ਦੀਆਂ ਜਿੰਨੀਆਂ ਵੀ ਫਸਲਾਂ ਆ ਉਹਨਾਂ ਦੀ ਉਹਨਾਂ ਨੂੰ ਪੂਰੀ ਕੀਮਤ ਮਿਲਦੀ। ਬਿਲਕੁਲ। ਵੱਧ ਮਿਲਦੇ, ਜਿੰਨੇ ਘੱਟ ਮਿਲਦੇ ਉਹ ਵੱਧ ਮਿਲਦੇ। ਜੇ ਇਹਨਾਂ ਨੇ ਉਹਨਾਂ ਦਲਾਲਾਂ ਨੂੰ ਇਸ ਚੀਜ਼ ਤੋਂ ਬਾਹਰ ਹੀ ਕੱਢਣਾ ਆ ਤੇ ਸਰਕਾਰ ਆਪ ਖਰੀਦ ਕਰੇ। ਬਿਲਕੁਲ। ਹੁਣ ਵੀ ਤਾਂ ਇਹਨਾਂ ਦੀ ਜਿਹੜੀ ਜੇ ਹੁਣ ਇੱਥੇ MSP ਹੈਗੀ ਆ, ਤਾਈਓ ਤਾਂ ਦੂਜੇ ਰਾਜਾਂ 'ਚੋਂ ਆ ਕੇ ਇੱਥੇ ਵੇਚ ਰਹੇ ਆ। ਬਿਲਕੁਲ। ਰੋਜ਼ਾਨਾ ਟਰਾਲੇ ਟਰੱਕ ਫੜੇ ਜਾਂਦੇ ਆ। ਕਿਉਂ ਫੜੇ ਜਾਂਦੇ ਆ? ਜੇ ਇਹਨਾਂ ਨੂੰ ਇੰਨਾ ਹੀ ਆ ਪਿਆ ਉੱਥੇ ਕਿਸਾਨਾਂ ਦੀ ਆਮਦਨ ਦੁੱਗਣੀ ਆ ਤਾਂ ਉੱਥੇ ਕਿਉਂ ਨਹੀਂ ਵੇਚਦੇ ਉਹ? ਜੀ, ਉਹ ਲਿਆ ਕੇ ਇੱਥੇ ਭੰਡਾਰ ਕਰੀ ਜਾਂਦੇ ਆ। ਮੁੜ ਕੇ ਜਦੋਂ ਸਟਾਕੇਜ ਕਦੋਂ ਘੱਟ ਪੈ ਜਾਣਾ, ਜਦੋਂ ਬਹੁਤ ਲੋੜ ਦੀ ਵਾਰੀ ਆਉਣੀ ਆ, ਫਿਰ ਇਹਨਾਂ ਨੇ ਮਰਜ਼ੀ ਨਾਲ ਉਹ ਵੇਚਣੇ ਆ ਭੰਡਾਰ 'ਚੋਂ ਕੱਢ ਕੇ। ਤੇ ਇਹ ਇੱਕ ਕਿਸਮ ਨਾਲ ਆਪਣਾ ਦਬਦਬਾ ਰੱਖਣ ਦਾ ਕਾਰਨ ਹੀ ਆ ਵੀ ਕਿਸਾਨਾਂ ਨੂੰ ਹਰ ਤਰੀਕੇ ਨਾਲ ਦਬਾਇਆ ਜਾਵੇ ਵੀ ਇਹ ਨਾ ਉੱਠਣ ਕਿਸੇ ਤਰੀਕੇ ਨਾਲ। ਉਂਝ ਸੰਸਦ ਦੇ ਵਿੱਚ ਕਿਤੇ ਭਾਸ਼ਣ ਦੇ ਵਿੱਚ ਜ਼ਰੂਰ ਰੌਲਾ ਪਾਇਆ ਜਾਵੇ, ਦੇਖੋ ਜੀ ਅਸੀਂ ਤਾਂ ਕਿਸਾਨ ਹਿਤੈਸ਼ੀ ਆ, ਅਸੀਂ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਚਾਹੁੰਦੇ ਆ, ਪਰ ਵਿਰੋਧੀ ਧਿਰ ਨਹੀਂ ਕਰਨ ਦਿੰਦੀ। ਇਦਾਂ ਤਾਂ ਨਹੀਂ ਦੁੱਗਣੀ ਕਰਨੀ ਕਿ ਪਹਿਲਾਂ ਪੂਰੀ ਘਟਾ ਲੈਣੀ ਆ, ਬਾਅਦ ਚ ਦੁੱਗਣੀ ਕਰਨੀ। ਘਟਾਉਣ ਤੋਂ ਬਾਅਦ ਕਿਹੜੀ ਦੁੱਗਣੀ ਅੱਜ ਤੱਕ ਹੋਈ? ਜੇ ਮੈਨੂੰ ਤਾਂ ਸਮਝ ਨਹੀਂ ਲੱਗੀ ਇਹਨਾਂ ਦੀ ਜਿਹੜੀ ਕਿਹੜੀ ਘਟਾਉਣ ਵਧਾਉਣ ਦਾ ਜਿਹੜਾ ਗਣਿਤ ਆ, ਇਹ ਹਜੇ ਤੱਕ ਸਮਝ ਨਹੀਂ ਲੱਗਾ ਵੀ ਜੇ ਕੋਈ ਥੱਲੇ ਡਿੱਗ ਪਈ। ਤੁਸੀਂ ਦੇਖੋ ਜੇ ਇਹੋ ਜਿਹਾ ਕੰਮ ਨਾ ਹੁੰਦਾ ਤੇ ਜਿਹੜੇ ਵਪਾਰੀ ਹੁਣ ਤੱਕ ਖੁਦਕੁਸ਼ੀਆਂ ਕਰਦੇ ਆ ਤੇ ਉਹ ਵੀ ਇਸੇ ਕਰਕੇ ਕਰਦੇ ਆ ਵੀ ਉਹਨਾਂ ਦਾ ਇੱਕਦਮ ਡਾਊਨ ਹੋ ਗਿਆ ਕੰਮ ਲਾਕਡਾਊਨ ਕਰਕੇ। ਤੇ ਜੇ ਉਹ ਨਹੀਂ ਉੱਠ ਸਕੇ ਤਾਂ ਹੀ ਉਹਨਾਂ ਦੇ ਮਨ 'ਚ ਐਡਾ ਵੱਡਾ ਕਦਮ ਚੁੱਕਣ ਦਾ ਖੌਫਨਾਕ ਤਰੀਕਾ ਆਇਆ। ਬਹੁਤ ਸਾਰੀਆਂ ਘਟਨਾਵਾਂ ਅਸੀਂ ਰੋਜ਼ ਦੇਖਦੇ। ਜੇ ਇਹਨਾਂ ਨੇ ਬਿਲਕੁਲ ਥੱਲੇ ਡੇਗ ਦਿੱਤੀ ਇੱਕ ਵਾਰੀ ਆਮਦਨ, ਤੇ ਉਹ ਉੱਤੇ ਚੱਕਣ ਲੱਗਿਆ ਕਿਹੜਾ ਵੀ ਪਲ ਦੇ ਵਿੱਚ ਹੀ ਹੋ ਜਾਣੀ, ਵੀ ਅੱਜ ਡਿੱਗੀ ਤਾਂ ਕੱਲ ਉੱਪਰ ਹੋ ਜਾਣੀ ਆ। ਜਿੱਦਾਂ ਅਸੀਂ ਪਿਛਲੇ ਸਮੇਂ 'ਚ ਦੇਖਦੇ ਸੀ ਨਾ ਕਿ 10 ਰੁਪਏ ਪੈਟਰੋਲ ਦਾ ਰੇਟ ਵਧਾ ਦਿੰਦੇ ਸੀ, ਜਦੋਂ ਰੌਲਾ ਪੈਂਦਾ ਸੀ ਤੇ 2 ਰੁਪਏ ਘਟਾਉਂਦੇ ਸੀ, 1 ਰੁਪਏ ਘਟਾਉਂਦੇ ਸੀਗੇ। ਤੇ ਹੁਣ ਉਹ ਪੈਟਰੋਲ ਡੀਜ਼ਲ ਵਾਲਾ ਕਿਸੇ ਦਾ ਧਿਆਨ ਹੀ ਹੈ ਨਹੀਂ ਵੀ ਉਹ ਰੇਟ ਇੰਨਾ ਵੱਧ ਰਿਹਾ। ਤੁਸੀਂ ਕਿਸਾਨਾਂ ਨੂੰ ਤਾਂ ਕਹਿ ਰਹੇ ਆ ਵੀ ਅਸੀਂ ਵਧੀਆ ਕੀਤਾ ਵੀ ਉਹਨੂੰ ਡੀਜ਼ਲ ਦਾ ਸਸਤਾ ਦੇ ਦਿਓ। ਸਾਰਾ ਕੰਮ ਹੀ ਕਿਸਾਨੀ ਦਾ ਡੀਜ਼ਲ ਤੇ ਚੱਲਣ ਡਿਆ ਇਸ ਵੇਲੇ, ਸਾਰੀ ਮਸ਼ੀਨਰੀ ਡੀਜ਼ਲ ਤੇ ਆ। ਤੇ ਜੇ ਉਹਨੂੰ ਡੀਜ਼ਲ ਦਾ ਰੇਟ ਪੂਰਾ ਐਨ ਹਾਈ ਲੈਵਲ ਤੇ ਦੇ ਕੇ ਮੁੜ ਕੇ ਉਹਨੂੰ ਕਹਿਣਾ ਭਾਈ ਵਪਾਰੀ ਆਪਣੀ ਮਰਜ਼ੀ ਨਾਲ ਫਸਲ ਖਰੀਦਣਗੇ, ਤਾਂ ਫਿਰ ਉਹ ਫੇਰ ਕਹਿੰਦੇ ਸਵਾਮੀਨਾਥਨ ਤੁਸੀਂ ਸਿਫਾਰਸ਼ਾਂ ਲਾਗੂ ਕੀਤੀਆਂ, ਉਹ ਤਾਂ ਲਾਗਤ ਕਮਿਸ਼ਨ ਦੀ ਚਾਹੀਦੀ ਸੀ ਨਾ। ਤੁਸੀਂ ਡੀਜ਼ਲ ਦੀ ਗੱਲ ਕੀਤੀ ਆ ਤੇ ਉਹਦੇ 'ਚ ਨਕਲੀ ਦਵਾਈਆਂ, ਨਕਲੀ ਬੀਜ, ਨਕਲੀ ਖਾਦਾਂ, ਬਹੁਤ ਕੁਝ ਹੋ ਰਿਹਾ। ਹੁਣ ਮਟਰ ਦੇ ਇੱਕ ਦਿਨ ਮੈਨੂੰ ਪਤਾ ਲੱਗਾ ਸੀ, ਮਟਰ ਦੇ ਬੀਜ ਇੰਨੇ ਮਹਿੰਗੇ ਲਿਆ ਕੇ ਦਿੱਤੇ, ਉਹ ਜੰਮੇ ਨਹੀਂ, ਉੱਗੇ ਨਹੀਂ ਜੀ। ਤੇ ਫਿਰ ਉਹ ਘਾਟਾ ਕਿਹਨੂੰ ਪਿਆ? ਕਿਸਾਨਾਂ ਨੂੰ ਪਿਆ ਜੀ। ਤੇ ਉਹਨਾਂ ਨੇ ਤਾਂ ਆਪਣੇ ਬੀਜ ਵੇਚਤੇ।
ਕਿਸਾਨਾਂ ਨੇ ਲਿਆ ਕੇ ਬੀਜ ਦਿੱਤੇ। ਹੁਣ ਉਹ ਨਕਲੀ ਬੀਜ ਸੀਗੇ, ਐਡੇ ਜ਼ਿਆਦੇ ਜਾਲੀ ਬੀਜ ਵੱਡੇ ਮਹਿੰਗੀ ਵੇਚੇ ਉਹਨਾਂ ਨੇ, ਕਿਸਾਨਾਂ ਨੂੰ ਮਹਿੰਗੇ ਲੈ ਕੇ ਬੀਜਣੇ ਪਏ। ਹੁਣ ਨਹੀਂ ਹੋ ਗਏ ਤਾਂ ਉਹਨਾਂ ਦੀ ਤਾਂ ਫਸਲ ਖਰਾਬ ਹੋ ਗਈ ਨਾ, ਤਾਂ ਉਹਦੀ ਭਰਪਾਈ ਕੌਣ ਕਰੂਗਾ? ਇਹ ਸਾਰਾ ਕੁਝ ਨਹੀਂ ਨਾ ਧਿਆਨ 'ਚ ਰੱਖਦੇ ਆ। ਕੱਲ੍ਹ ਨੂੰ ਮੌਸਮ ਖਰਾਬ ਹੁੰਦਾ, ਕੋਈ ਕਿਸੇ ਤਰੀਕੇ ਨਾਲ ਮੀਂਹ ਖੜੀ ਫਸਲ ਤੇ ਪੈ ਜਾਂਦਾ, ਉਹਦਾ ਜਿਹੜਾ ਮੁਆਵਜ਼ਾ ਆ ਉਹ ਕੌਣ ਦਿੰਦਾ? ਜੇ ਉਹ ਇਹ ਤਰੀਕੇ ਨਾਲ ਇਹਨਾਂ ਨੇ ਖਤਮ ਹੀ ਕਰਨਾ ਆ। ਅੱਜ ਇਹਨਾਂ ਦੀ ਕਿਸੇ ਦੀ ਫਸਲ ਖਰਾਬ ਹੁੰਦੀ ਆ ਤਾਂ ਆੜ੍ਹਤੀਆਂ ਤੋਂ ਜਾ ਕੇ ਲੈ ਤਾਂ ਆਉਂਦਾ ਵੀ ਚੱਲਿਆ ਇਸ ਵੇਲੇ ਮੇਰੇ ਫਸਲ ਘੱਟ ਹੋਈ ਆ ਜਾਂ ਖਰਾਬ ਹੋਈ ਆ, ਵੀ ਮੈਂ ਅਗਲੀ ਫਸਲ ਤੇ ਤੈਨੂੰ ਪੈਸੇ ਦੇ ਦੂੰਗਾ। ਤੇ ਕੀ ਉਹ ਵਪਾਰੀ ਕਰ ਲੈਣਗੇ ਇੱਦਾਂ? ਹੁਣ ਕਹਿੰਦੇ ਪਹਿਲਾਂ ਫਸਲ ਲਾਓ ਕਹਾਂ ਹੈ ਆਪਕੀ, ਫਿਰ ਪੈਸੇ ਦੇਂਗੇ ਹਮ ਜੀ। ਤਾਂ ਫਿਰ ਉਹ ਗੱਲ ਤਾਂ ਉੱਥੇ ਆ ਗਈ ਨਾ ਵੀ ਕਿਸਾਨਾਂ ਨੂੰ ਹੀ ਮਾਰਨਾ ਜਿੱਦਾਂ ਮਰਜ਼ੀ ਮਰੇ। ਤੇ ਇਹਨਾਂ ਦਾ ਅੜੀਅਲ ਰਵੱਈਆ ਹਜੇ ਤੱਕ ਚੱਲਿਆ ਆਉਣ ਡਿਆ। ਪਤਾ ਨਹੀਂ ਹਜੇ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਇਸੇ ਤਰ੍ਹਾਂ ਅੜੀਅਲ ਰਵੱਈਆ ਰਹਿੰਦਾ। ਤੁਸੀਂ ਭਾਜਪਾ ਦੀ ਗੱਲ ਕੀਤੀ ਸੀਗੀ, ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਕਿਤੇ ਵੀ ਨਿਕਲਣ ਨਹੀਂ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਜੀ। ਤੇ ਜੇ ਉਹ ਇਸੇ ਤਰ੍ਹਾਂ ਕਿਸਾਨਾਂ ਦੇ ਸੁਹਿਰਦ ਆ ਤੇ ਉਹ ਕਿਉਂ ਨਹੀਂ ਉਠਾਉਂਦੇ ਜਾ ਕੇ ਸੈਂਟਰ 'ਚ ਆਵਾਜ਼? ਬਿਲਕੁਲ ਕਿਉਂ ਨਹੀਂ ਪ੍ਰਧਾਨ ਮੰਤਰੀ ਨੂੰ ਕਹਿੰਦੇ ਵੀ ਸਾਡਾ ਤਾਂ ਨਿਕਲਣਾ ਵੀ ਔਖਾ ਕੀਤਾ ਹੋਇਆ, ਤੁਸੀਂ 2022 ਦੀਆਂ ਚੋਣਾਂ ਦੀ ਗੱਲ ਕਰਦੇ ਆ ਤੇ ਸ਼ਾਨ ਨਾਲ ਕਹਿ ਦਿੰਦੇ ਆ 117 ਸੀਟਾਂ ਪੂਰੀਆਂ ਜਿੱਤਾਂਗੇ ਜੀ, ਅਸੀਂ ਸਾਰੀਆਂ ਜਿੱਤ ਲੈਣੀਆਂ। ਤੇ ਜੇ ਤੁਹਾਡੇ ਤੋਂ ਜਿਹੜੀਆਂ ਮਿਲੀਆਂ ਸੀ ਤੁਹਾਨੂੰ ਉਹਦੇ 'ਚੋਂ 2 ਮਿਲੀਆਂ 23 ਦੇ ਵਿੱਚੋਂ, ਤੇ 117 ਦੀਆਂ 17 ਜਿੱਤੂਗੇ, ਉਹ ਕਿੱਥੋਂ ਪੋਸੀਬਲ ਹੋ ਜਾਊਗਾ ਜਦ ਤੁਸੀਂ ਹਰੇਕ ਦੇ ਵਰਗ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਕਰ ਰਹੇ ਆ ਕੰਮ ਜੀ। ਕਿਸਾਨਾਂ ਨੇ ਤੁਹਾਨੂੰ ਨਹੀਂ ਵੋਟ ਪਾਉਣੀ। ਫਿਰ ਹੋਰ ਲੈ ਕੇ ਤੁਰ ਪੈਂਦੇ ਆ ਲਾਕਡਾਊਨ ਦੇ ਵਿੱਚ, ਆਰਥਿਕ ਮੰਦੀ ਦੇ ਕਾਰਨ ਲੋਕ ਜਿਹੜੇ ਝੰਬੇ ਹੋਆ, ਉਹ ਕਿਸ ਤਰੀਕੇ ਨਾਲ ਇਹਨਾਂ ਨੂੰ ਵੋਟ ਪਾਉਣ ਕੇ ਮੈਨੂੰ ਸਮਝ ਲੱਗਦੀ ਵੀ 117 ਸੀਟਾਂ ਇਹ ਗਿਣਤੀ ਮਿਣਤੀ 'ਚ ਕਰ ਲੈਂਦੇ ਜੀ। ਇਹ ਇੱਦਾਂ ਹੀ ਉੱਥੇ ਬਿਹਾਰ ਦੇ ਵਿੱਚ ਇਹੋ ਗਿਣਤੀ ਮਿਣਤੀ ਜੇ ਮੋਦੀ ਸਾਹਿਬ ਕਰਿਆ ਆ। ਦੇਖੋ ਜੀ, ਮੈਨੂੰ ਪਤਾ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣਨਾ ਹੀ ਬਣਨਾ। ਲਾਲਟੇਨ ਕਾ ਜ਼ਮਾਨਾ ਗਏਲ, ਭੋਜਪੁਰੀ 'ਚ ਕਿਹਾ ਉਹਨਾਂ ਨੇ ਜੀ, ਲਾਲਟੇਨ ਕਾ ਜ਼ਮਾਨਾ ਗਏਲ ਜੀ। ਹੁਣ ਇਹ ਨਹੀਂ ਪਤਾ ਵੀ ਲਾਲਟੇਨ ਕਿਹੜੀ ਜ਼ਮਾਨੇ ਦੀ ਗੱਲ ਕਰਦਾ ਹੈ। ਤੇ ਜੇ ਉਹ ਜ਼ਮਾਨਾ ਸਹੀ ਸੀ 15 ਸਾਲਾਂ ਦਾ, ਤਾਂ ਫਿਰ ਮਜ਼ਦੂਰਾਂ ਨੂੰ ਕਿਉਂ ਨਹੀਂ ਉਹਨੇ ਨਿਤੀਸ਼ ਕੁਮਾਰ ਨੇ ਆਉਣ ਦਿੱਤਾ? ਉਦੋਂ ਉਹਨੇ ਲਾਲੂ ਨੂੰ ਕਿਉਂ ਧੋਖਾ ਦੇ ਕੇ ਤੁਹਾਡੇ ਨਾਲ ਰਲਿਆ ਸੀਗਾ ਜੀ। ਇਹ ਸਾਰੀਆਂ ਗੱਲਾਂ ਦੇਖ ਕੇ ਜੇ ਦੇਖਿਆ ਜਾਵੇ ਤਾਂ ਉੱਥੇ ਇਸ ਵੇਲੇ ਸਥਿਤੀ ਇਹਨਾਂ ਦੀ ਕਾਫੀ ਨਾਜ਼ੁਕ ਬਣੀ ਹੋਈ ਆ ਬਿਹਾਰ ਦੇ ਵਿੱਚ। ਇਸੇ ਕਰਕੇ ਇਹਨਾਂ ਨੂੰ ਕੋਈ ਨਾ ਕੋਈ ਤਾਂ ਫਿਰ ਭਰਮਾਉਣ ਦੀ ਗੱਲ ਕਰਨੀ ਹੁੰਦੀ ਨਾ, ਚਾਹੇ ਉਹ 370 ਦੀ ਲੈ ਲਓ ਜੰਮੂ ਕਸ਼ਮੀਰ ਦੀ, ਚਾਹੇ ਕਿਸਾਨਾਂ ਦੀ ਲੈ ਲਓ, ਵੀ ਅਸੀਂ ਨਹੀਂ ਜੀ ਪਿੱਛੇ ਹਟਦੇ, ਜੋ ਕਰਤਾ ਐਂ ਤਾਂ ਨੋਟਬੰਦੀ ਵਾਰੀ ਵੀ ਦੇਖਿਆ ਹੋਣਾ ਤੁਸੀਂ, 100 ਤੋਂ ਵੱਧ ਬੰਦਾ ਮਰ ਗਿਆ ਸੀਗਾ, ਪਰ ਜਰਾ ਵੀ ਮਜਾਲ ਕਿਆ ਜੂੰ ਵੀ ਸਰਕੀ ਹੋਵੇ। ਅੱਜ ਤੱਕ ਵੀ ਇਹ ਦੱਸ ਨਹੀਂ ਸਕੇ ਕਿ ਉਹ ਚੋਂ ਨਿਕਲਿਆ ਕੀ ਆ, ਨੋਟਬੰਦੀ ਕੀਤੀ ਗੱਲ ਲਈ ਸੀ, ਅੱਜ ਤੱਕ ਨਹੀਂ ਦੱਸ ਸਕੇ। ਹਾਲਾਂਕਿ ਉਹ ਵਿਰੋਧੀ ਧਿਰ ਕਾਂਗਰਸ ਰਾਹੁਲ ਗਾਂਧੀ ਰੌਲਾ ਪਾ ਥੱਕ ਗਿਆ ਵੀ ਇਹ ਨੋਟਬੰਦੀ ਜਿਹੜੀ ਆ ਇਹ ਵੱਡੇ ਵੱਡੇ ਘਰਾਣਿਆਂ ਨੂੰ ਫਾਇਦਾ ਦੇਣ ਲਈ ਦਿੱਤੀ ਸੀ। ਜਿਹੜੇ ਜਾਲੀ ਨੋਟ ਸੀ ਉਹ ਅਸਲੀ ਬਣਾਤੇ ਨੋਟਬੰਦੀ ਦੇ ਵਿੱਚ, ਵੱਡਿਆਂ ਘਰਾਣਿਆਂ ਨੂੰ ਫਾਇਦਾ ਹੋਇਆ। ਔਰ ਹੋਇਆ ਵੀ ਇਹ ਲਾਕਡਾਊਨ ਦੇ ਵਿੱਚ ਸਾਰੇ ਤਾਂ ਦੁਨੀਆ ਮਰੀ ਪਈ ਆ, ਤਾਂ ਸਾਡੇ ਜਿਹੜੇ ਸ਼ਾਹ ਬੰਦੇ ਆ ਹੋਰ ਸ਼ਾਹ ਹੋਈ ਜਾਂਦੇ ਆ ਜੀ। ਉਹ ਅਮੀਰ ਇਦਾਂ ਹੋਈ ਜਾਂਦੇ ਵੀ ਇੱਕ ਘੰਟੇ ਦੇ 90 ਕਰੋੜ ਰੁਪਇਆ ਕਮਾਉਂਦੇ ਆ। ਇੱਥੇ 1 ਘੰਟੇ ਦਾ ਕਿ ਦਿਹਾੜੀ ਦਾ 90 ਰੁਪਏ ਨਹੀਂ ਬਣਦੇ ਜੀ, ਉਹ 1 ਘੰਟੇ 'ਚ 90 ਕਰੋੜ ਰੁਪਇਆ ਕਮਾ ਰਹੇ ਆ। ਇਹੋ ਜੀ ਇੱਕ ਮੈਂ ਖਬਰ ਪੜ੍ਹਦਾ ਸੀ ਅੱਜ ਹੀ ਕਿ ਅਮਰੀਕਾ ਦਾ, ਤੇ ਹਾਲਾਂਕਿ ਅਸੀਂ 2 ਮੁਲਕਾਂ ਦਾ ਕਦੀ ਵੀ ਕੰਪੈਰੀਜ਼ਨ ਕਰਨ ਨੂੰ ਬਹੁਤਾ ਨਹੀਂ ਸਮਝਦੇ, ਪਰ ਐਵੇਂ ਗੱਲ 'ਚ ਗੱਲ ਆ ਕਿ ਉੱਥੇ ਜੇ ਘੰਟੇ ਦੀ ਜਿਹੜੀ ਆਮਦਨ ਆ ਉਹ 500 ਤੋਂ ਵੀ ਉੱਪਰ ਆ ਤੇ ਸਾਡੇ 25 ਰੁਪਏ। ਗੱਲ ਉੱਥੇ ਆਉਂਦੀ ਨਾ ਵੀ ਇਸ ਤਵਾਜ਼ਨ ਨੂੰ ਨਹੀਂ ਨਾ ਦੇਖਦੇ ਜੀ, ਸਾਡੇ ਜਿਹੜਾ ਲੈਵਲ ਆ ਉਹ ਕਿਸ ਤਰੀਕੇ ਨਾਲ ਆ ਤੇ ਵਿਦੇਸ਼ਾਂ 'ਚ ਲੈਵਲ ਕਿਸ ਤਰੀਕੇ ਨਾਲ ਆ ਜੀ। ਉੱਥੋਂ ਦੇ ਤਾਂ ਉਹਨਾਂ ਨੇ ਲਾਕਡਾਊਨ ਦੇ ਪੀਰੀਅਡ ਦੌਰਾਨ ਹੀ ਲੋਕਾਂ ਨੂੰ ਘਰੋਂ ਨਿਕਲਣ ਨਹੀਂ ਦਿੱਤਾ ਵੀ ਤੁਹਾਨੂੰ ਘਰਾਂ ਦੇ ਵਿੱਚ ਹੀ ਪੈਸੇ ਮਿਲਣਗੇ ਬੈਠੇ ਜੀ। ਉਹਨਾਂ ਨੇ ਨਿਕਲੇ ਨਹੀਂ, ਕਰ ਕੀ ਲੋੜ ਆ। ਇੱਥੇ ਵਿਚਾਰੇ ਮਜ਼ਦੂਰ ਹੱਥਾਂ 'ਚ ਬੱਚੇ ਮੋਢਿਆਂ ਚੁੱਕੀ ਆ, ਕਿਸੇ ਨੇ ਪੈਦਲ ਤੁਰਿਆ ਹੋਇਆ, ਲੱਖਾਂ ਪੈਂਡਾ ਤੁਰ ਕੇ ਗਏ ਆ, ਕਿਸੇ ਨੇ ਬਾਤ ਪੁੱਛੀ ਉਹਨਾਂ ਦੀ ਜੀ। ਉਹ ਭਲਾ ਹੋਵੇ ਸਮਾਜ ਸੇਵੀਆਂ ਦਾ, ਜਿਹੜੇ ਐਕਟਰ ਬੰਦਿਆਂ ਦਾ, ਜਿਨ੍ਹਾਂ ਨੇ ਉਹਨਾਂ ਨੂੰ ਆਪਣੇ ਖਰਚੇ ਤੇ ਆਪਣੀ ਮਿਹਨਤ ਨਾਲ, ਆਪਣੀ ਹਿੰਮਤ ਨਾਲ ਉਹਨਾਂ ਨੂੰ ਘਰਾਂ ਤੱਕ ਪਹੁੰਚਾਇਆ, ਤੇ ਉਹਨਾਂ ਦਾ ਜਿਹੜਾ ਦੂਜਾ ਕੁਛ ਨਾ ਕੁਛ ਉਹਦਾ ਲਈ ਕੀਤਾ ਵੀ ਹਾਂ ਕਿ ਉਹ ਆਪਣੇ ਪੈਰਾਂ ਤੇ ਮੁੜ ਕੇ ਖੜੇ ਹੋਣ ਜਾ ਕੇ। ਤਾਂ ਸਾਡੀ ਲੁਕਾਈ ਦੀ ਸੀ ਨਾ, ਇਨਸਾਨੀਅਤ ਦੀ ਗੱਲ ਸੀ, ਪਰ ਸਰਕਾਰ ਨੇ ਤਾਂ ਕੁਛ ਨਹੀਂ ਕੀਤਾ ਨਾ। ਸਰਕਾਰ ਕਹਿੰਦੀ ਰਹੀ ਸਾਡਾ ਇੱਕ ਪੈਕੇਜ ਹੋਰ ਤਿਆਰ ਆ, ਤੇ ਤਿਆਰ ਕੀ ਸੀ? ਕਰਜ਼ੇ ਲੈ ਲਓ ਜੀ। ਸ਼ੇਰਗਿੱਲ ਸਾਹਿਬ, ਗੱਲ ਅਸੀਂ ਕਰਦੇ ਹਾਂ ਕਿ ਭਾਸ਼ਾ ਸਾਨੂੰ ਬਹੁਤ ਸਾਰੀਆਂ ਸਿੱਖਣੀਆਂ ਚਾਹੀਦੀਆਂ, ਬੋਲਣੀਆਂ ਚਾਹੀਦੀਆਂ, ਆਉਣੀਆਂ ਚਾਹੀਦੀਆਂ। ਸਾਨੂੰ ਸਾਰੇ ਪਹਿਰਾਵਿਆਂ ਦੀ ਵੀ ਕਦਰ ਕਰਨੀ ਚਾਹੀਦੀ, ਪਰ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਅਸੀਂ ਜਦੋਂ ਬਿਹਾਰ ਦੀ ਜਾਣਾ ਤੇ ਬਿਹਾਰ 'ਚ ਭੋਜਪੁਰੀ 'ਚ ਗੱਲ ਕਰਕੇ ਉਹਨਾਂ ਲੋਕਾਂ ਨੂੰ ਆਪਾਂ ਭਰਮਾਈਏ, ਤੇ ਜਦੋਂ ਆਪਾਂ ਪੰਜਾਬ 'ਚ ਬੇਸ਼ੱਕ ਆਪਾਂ ਬੋਲੀਏ, ਇਹ ਉਹਨਾਂ ਦਾ ਸਟਾਈਲ ਹੈ ਨਾ, ਆਪਾਂ ਬੋਲੀਏ, ਕੱਪੜੇ ਵੀ ਆਪਾਂ ਉਹਨਾਂ ਦੇ ਪਾਈਏ, ਪਰ ਗੱਲ ਤੇ ਸੱਚ ਦੀ ਕਰੀਏ। ਗੱਲ ਤਾਂ ਇਹ ਹੈ ਵੀ ਜੁਮਲਾ ਤਾਂ ਨਾ ਬਣੇ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਵੋਟਾਂ ਲੈ ਲਓ, ਮੁੜ ਕੇ ਸਾਰਾ ਕੁਝ ਜੁਮਲਾ ਸਾਬਤ ਹੋ ਰਿਹਾ। ਆਪਣੇ ਸਾਰੇ ਉਹਦੇ ਭਾਸ਼ਣ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਹੋ ਰਿਹਾ ਸੰਘਰਸ਼ ਦੀ ਕੋਈ ਗੱਲ ਨਹੀਂ ਕੀਤੀ, ਸਿਰਫ ਦਲਾਲ ਕਹਿ ਦਿੱਤਾ ਜਾਂ ਉਹਨਾਂ ਨੂੰ ਦਲਾਲਾਂ ਨੂੰ ਬਚਾਉਣ ਵਾਲੇ ਕਹਿ ਦਿੱਤਾ। ਬਿਲਕੁਲ, ਇਹ ਸ਼ੁਰੂ ਤੋਂ ਕਹਿੰਦੇ ਆ ਰਹੇ ਜੀ, ਤੇ ਇਹਨਾਂ ਨੂੰ ਦਲਾਲਾਂ ਨੂੰ ਹਟਾਤਾ ਵਿੱਚੋਂ। ਇਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਉੱਥੇ ਜਦੋਂ ਉਹਨਾਂ ਨੇ ਬਿੱਲ ਪਾਸ ਕੀਤੇ ਆ ਪੰਜਾਬ ਸਰਕਾਰ ਨੇ, ਤੇ 117 ਚੋਂ 115 MLA ਉਸ ਬਿੱਲ ਦੇ ਸਮਰਥਨ 'ਚ ਖੜੇ ਸੀ। ਬਿਲਕੁਲ ਜੀ, ਬਿਲਕੁਲ ਖੜੇ ਸੀਗੇ। ਤੇ ਉਹੀ ਕਹਿੰਦਾ ਨਾ, ਜਦੋਂ ਸਾਰੀਆਂ ਪਾਰਟੀਆਂ, ਜੇ ਪੰਜਾਬ ਦੇ ਤੁਸੀਂ ਇੱਕ ਧਿਰ ਦੀ ਗੱਲ ਨਹੀਂ ਨਾ ਕਰਨੀ ਚਾਹੀਦੀ, ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਆ, ਲੋਕ ਇਨਸਾਫ ਪਾਰਟੀ ਵੀ ਆ, ਅਕਾਲੀਆਂ ਨੇ ਵੀ ਅੰਦਰ ਸਮਰਥਨ ਕੀਤਾ, ਬਾਹਰ ਆ ਕੇ ਜੋ ਮਰਜ਼ੀ ਹੋਇਆ ਵੱਖਰੀ ਗੱਲ ਆ, ਪਰ ਉਹਨਾਂ ਨੇ ਕਿਸਾਨੀ ਹਿੱਤ ਨੂੰ ਲੈ ਕੇ ਸਾਰਾ ਇੱਕ ਤਾਂ ਸਮਰਥਨ ਤਾਂ ਕਰਤਾ ਨਾ ਜੀ। ਨਹੀਂ, ਮੈਂ ਗੱਲ ਕਰਦਾ ਸੀ ਵੀ 115 MLAs ਨੇ ਉਹਦਾ ਸਮਰਥਨ ਕੀਤਾ ਜੀ,
ਤੇ ਬਾਅਦ ਵਿੱਚ ਹੋਇਆ ਕੀ, ਬਾਹਰ ਆ ਕੇ ਉਹਨਾਂ ਨੇ ਰਾਜਨੀਤੀ ਕਰ ਦਿੱਤੀ ਤੇ ਮੋਦੀ ਸਾਹਿਬ ਨੂੰ ਉਹ 115 ਐਮਐਲਏ ਉਹ ਵੀ ਤਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਦੀ ਗੱਲ ਨਜ਼ਰ ਨਹੀਂ ਆਈ। ਤੇ ਫਿਰ ਹੋਇਆ ਕੀ ਬਾਅਦ ਵਿੱਚ, ਹੋਣਾ ਕੀ ਸੀ, ਰਾਜਪਾਲ ਕੋਲ ਗਏ ਆ, ਉੱਥੇ ਜਾ ਕੇ ਵੀ ਇਕੱਠੇ ਹੋਏ ਆ, ਇਤਿਹਾਸਕ ਫੋਟੋ ਖਿਚਾ ਲਈ ਸਾਰੇ ਖੜੇ ਹੋ ਕੇ, ਮੁੜ ਕੇ ਫਿਰ ਉਹੀ ਰਾਜਨੀਤੀ। ਰਾਜਪਾਲ ਸਾਹਿਬ ਵਾਲੀ ਜਿਹੜੀ ਰਿਪੋਰਟ ਆ ਉਹ ਰਾਸ਼ਟਰਪਤੀ ਸਾਹਿਬ ਤੱਕ ਪਹੁੰਚੀ ਆ ਜਾਂ ਉਹਨਾਂ ਨੇ ਉਹਦਾ ਕੋਈ ਪੜਿਆ ਜਾਂ ਉਹਦੇ ਬਾਰੇ ਵਿਚਾਰਿਆ ਕਿ ਨਹੀਂ ਵਿਚਾਰਿਆ, ਇਹਦੇ ਬਾਰੇ ਤਾਂ ਪਤਾ ਨਹੀਂ, ਕੋਈ ਥੋ ਪਤਾ ਨਹੀਂ ਉਹਦਾ। ਖੇਤੀ ਮੰਤਰੀ ਤੋਮਰ ਸਾਹਿਬ ਨੇ ਵੀ ਕਿਹਾ ਸੀ ਕਿ ਅਸੀਂ ਇਹਨਾਂ ਬਿੱਲਾਂ ਦੀ ਘੋਖ ਪੜਤਾਲ ਕਰਾਂਗੇ, ਉਹ ਵੀ ਨਹੀਂ ਪਤਾ ਇਹਨਾਂ ਨੇ ਕੀਤੀ ਕਿ ਨਹੀਂ ਕੀਤੀ। ਪਰ ਉਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਸੈਂਟਰ ਤੇ ਸਟੇਟ ਦੀ ਵਿੱਚ ਜਦੋਂ ਕਿਤੇ ਕੋਈ ਗੱਲਬਾਤ ਹੁੰਦੀ ਆ ਤੇ ਉੱਥੇ ਜਿਹੜੀ ਬਦਲੇ ਦੀ ਰਾਜਨੀਤੀ ਜਾਂ ਅਸੀਂ ਉਹਨੂੰ ਕਹਿ ਲਈਏ ਕਿ ਇੱਕ ਬੰਦੇ ਦੀ ਦੁੱਖ ਦੀ ਰਾਗ ਫੜਨ ਲਈ ਦੂਜੀ ਚੀਜ਼ ਨੂੰ ਫੜਿਆ ਜਾਂਦਾ, ਉਹ ਘਟਨਾਵਾਂ ਪਹਿਲਾਂ ਸ਼ੁਰੂ ਹੋ ਜਾਂਦੀਆਂ। ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈ ਜੀ। ਹੋਰ ਕੁਝ ਉਸ ਪੰਜਾਬ ਦੇ ਪਾਸ ਹੋਏ ਬਿੱਲ ਨੂੰ ਕਿਸੇ ਨੇ ਪੜ੍ਹਿਆ ਕਿ ਨਹੀਂ ਪੜ੍ਹਿਆ, ਪਰ ਦਿੱਲੀ ਤੋਂ ਮੁੱਖ ਮੰਤਰੀ ਸਾਹਿਬ ਦੇ ਬੇਟੇ ਲਈ ਇੱਕ ਸਮਨ 4 ਸਾਲ ਪੁਰਾਣੇ ਕੇਸ ਦੇ ਵਿੱਚ ਆ ਗਏ ਨੇ। ਕੀ ਬਾਤ ਹੈ ਜੀ। ਉਹ ਕਿਸਾਨਾਂ ਦਾ ਉਹਨਾਂ ਨੇ ਦੇਖੋ ਖੇਤੀ ਕਾਨੂੰਨ ਰੱਦ ਕਰਨ ਲਈ ਬਿੱਲ ਪਾਸ ਕੀਤੇ ਆ, ਉਹ ਤਾਂ ਕਿਤੇ ਨਾ ਕਿਤੇ ਦਿਮਾਗ 'ਚ ਗੱਲ ਹੈ। ਇਸੇ ਚਰਚਾ ਨੂੰ ਅਸੀਂ ਜਾਰੀ ਰੱਖਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਬਿਲਕੁਲ ਜੀ। ਵੱਖੋ ਵੱਖਰੇ ਵਿਚਾਰਾਂ ਤੇ ਚਰਚਾ ਕਰਨ ਵਾਲੇ ਪ੍ਰੋਗਰਾਮ ਵਿਚਾਰ ਚਰਚਾ ਦੇ ਆਖਰੀ ਹਿੱਸੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰਦੇ ਸੀਗੇ ਕਿ ਜਦੋਂ ਸੈਂਟਰ ਕਿਸੇ ਗੱਲ ਲਈ ਸਟੇਟ ਨਾਲ ਉਲਝ ਜਾਂਦਾ ਆ, ਕਿਤੇ ਕੋਈ ਤਕਰਾਰ ਆ ਜਾਂਦੀ ਆ, ਤੇ ਫਿਰ ਅਸੀਂ ਬੇਸ਼ੱਕ ਲੱਖ ਇਸ ਗੱਲ ਨੂੰ ਹਰ ਸੈਂਟਰ ਸਰਕਾਰ ਕਹਿੰਦੀ ਹੈ ਕਿ ਅਸੀਂ ਬਦਲੇ ਦੀ ਰਾਜਨੀਤੀ ਨਹੀਂ ਕਰਦੇ, ਅਸੀਂ ਰਾਜਨੀਤੀ ਜਿਹੜੀ ਆ ਮੁੱਦਿਆਂ ਦੀ ਕਰਦੇ ਆ, ਪਰ ਉਹ ਕੋਈ ਵੀ ਇਹੋ ਜਿਹਾ ਕਹਿੰਦਾ ਹੀ ਆ, ਕਰਦਾ ਨਹੀਂ। ਕਹਿਣੀ ਤੇ ਕਥਨੀ ਦਾ ਜਿਹੜਾ ਫਰਕ ਹੈ ਉਹ ਬੜੇ ਸਾਫ਼ ਨਜ਼ਰ ਆਉਂਦਾ। ਅਸੀਂ ਦੇਖਿਆ ਕਿ ਜਿਵੇਂ ਪੰਜਾਬ ਸਰਕਾਰ ਨੇ ਕੁਝ ਬਿੱਲ ਜਿਹੜੇ ਸੀ ਉਹ ਰੱਦ ਕੀਤੇ ਸਰਕਾਰ ਦੇ, ਉਹਨਾਂ ਦਾ ਬਣਨਾ ਕੀ ਆ ਕੀ ਨਹੀਂ ਬਣਨਾ ਉਹ ਇੱਕ ਵੱਖਰਾ ਮੁੱਦਾ ਹੈ, ਪਰ ਉਹਦੇ ਨਾਲ ਹੀ ਨਾਲ ਜਿਹੜੀ ਸਾਡੀ ਜਿਹੜੀਆਂ ਏਜੰਸੀਆਂ ਆ, ਈਡੀ ਆ ਜਾਂ ਸੀਬੀਆਈ ਆ, ਈਡੀ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ, ਉਹਨਾਂ ਨੇ ਇੱਕ ਚਿੱਠੀ ਭੇਜੀ ਆ ਮੁੱਖ ਮੰਤਰੀ ਸਾਹਿਬ ਦੇ ਸੁਪੁੱਤਰ ਨੂੰ। ਅਸੀਂ ਕਿਤੇ ਵੀ ਇਹ ਨਹੀਂ ਕਹਿੰਦੇ ਕਿ ਉਹ ਠੀਕ ਨੇ ਜਾਂ ਉਹ ਗਲਤ ਨੇ, ਉਹਦੇ 'ਚ ਕੀ ਹੈ ਕੀ ਨਹੀਂ, ਇਹ ਹੋਣਾ ਚਾਹੀਦਾ, ਪਰ ਇੱਕ ਇਹ ਵੀ ਗੱਲ ਆ ਕਿ ਇਹ ਹੋਣੀ ਕਿਉਂ ਹੋਇਆ। ਜੇ 4 ਸਾਲ 5 ਸਾਲ ਤੋਂ ਜਾਂਚ ਚੱਲ ਰਹੀ ਆ, ਪਹਿਲਾਂ ਕਿਉਂ ਨਹੀਂ, ਉਦਣ ਹੀ ਕਿਉਂ ਨਹੀਂ, ਉਹਨੂੰ 16 'ਚ ਕਿਉਂ ਨਹੀਂ ਉਹਨੂੰ ਉਸ ਕੇਸ ਦਾ ਨਿਪਟਾਰਾ ਕਰ ਦਿੱਤਾ ਗਿਆ। ਇਹ ਜਿਹੜੀਆਂ ਕੁਝ ਰੱਸੀਆਂ ਰੱਖ ਲਈਆਂ ਜਾਂਦੀਆਂ ਗਲੇ ਨੂੰ ਪਾ ਕੇ, ਰੱਸੀ ਵੀ ਜਦੋਂ ਲੋੜ ਹੋਈ ਉਦੋਂ ਖਿੱਚ ਲਾਂਗੇ, ਜਦੋਂ ਲੋੜ ਹੋਈ ਉਦੋਂ ਛੱਡ ਦਿਆਂਗੇ, ਇਹੋ ਜਿਹਾ ਮਾਜਰਾ ਦੁਬਾਰਾ ਚੱਲਦਾ ਹੀ ਰਹਿੰਦਾ। ਇਹ ਸ਼ਰਮਾ ਜੀ ਅੱਜ ਦਾ ਨਹੀਂ ਹੈਗਾ, ਇਹ ਪਿਛਲੀਆਂ ਸਰਕਾਰਾਂ ਦਾ ਵੀ ਦੇਖੀਏ ਨਾ, ਕਾਂਗਰਸ ਸਰਕਾਰਾਂ ਵੀ ਐਂ ਹੀ ਕਰਦੀਆਂ ਆਈਆਂ। ਬਿਲਕੁਲ। ਜਦੋਂ ਉਹਨਾਂ ਦੇ ਗੱਠਜੋੜ ਦੇ ਵਿੱਚ ਕੋਈ ਇੱਕ ਭਾਈਵਾਲ ਮਾੜਾ ਜਿਹਾ ਅੱਖ ਚੱਕਦਾ ਸੀ ਨਾ ਜੀ, ਤੇ ਫਿਰ ਚਾਹੇ ਉਹ ਮੁਲਾਇਮ ਸਿੰਘ ਯਾਦਵ ਹੋਣੀ ਹੋਣ, ਚਾਹੇ ਲਾਲੂ ਪ੍ਰਸਾਦ ਯਾਦਵ ਹੋਣ, ਚਾਹੇ ਜੈ ਲਲਿਤਾ ਤੇ ਚਾਹੇ ਮਾਇਆਵਤੀ, ਜਦੋਂ ਕਿਤੇ ਉਹਨਾਂ ਨੇ ਅੱਖ ਚੱਕੀ ਪਹਿਲਾਂ ਵੀ ਅਸੀਂ ਸਰਕਾਰ ਤੋੜਨ ਲੱਗੇ ਆ, ਨਾਲ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਨਾ ਨੋਟਿਸ ਲਿਆ ਕੇ ਉਹਨਾਂ ਦੇ ਹੱਥ 'ਚ ਧਰ ਦਿੰਦੇ, ਆਹ ਲਓ ਜੀ ਫੜੋ ਨੋਟਿਸ, ਤੁਹਾਨੂੰ ਬੁਲਾਵਾ ਆਇਆ ਜੀ। ਉਹ ਬੁਲਾਵਾ ਇੰਨਾ ਵਧੀਆ ਹੁੰਦਾ ਵੀ ਅਗਲੇ ਦਿਨ ਉਹਨਾਂ ਦੇ ਸੁਰ ਬਦਲ ਜਾਂਦੇ ਆ, ਤੇ ਉਹ ਫਿਰ ਹੌਲੀ ਫਿਰ ਉਹਨੂੰ ਮੱਠਾ ਹੋ ਜਾਂਦਾ, ਫਿਰ ਉਹ ਨੋਟਿਸ ਲੱਭਦਾ ਨਹੀਂ ਕਿੱਥੇ ਗਿਆ। ਇਹ ਤਰੀਕਾ ਉਦੋਂ ਇਹ ਭਾਜਪਾ ਵਾਲੇ ਸੈਂਟਰ ਤੇ ਦੋਸ਼ ਲਾਉਂਦੇ ਥੱਕਦੇ ਨਹੀਂ ਸੀ ਜੀ, ਬਈ ਇਹ ਤਾਂ ਜੀ ਏਜੰਸੀਆਂ ਨੂੰ ਆਪਣੇ ਬਦਲ ਲੈਣ ਦੀ ਭਾਵਨਾ ਨਾਲ ਕਰ ਰਹੀਆਂ, ਕੰਮ ਕਰਾ ਰਹੀਆਂ ਉਹਨਾਂ ਤੋਂ, ਇਹ ਜਦੋਂ ਜੀ ਕਰਦਾ ਉਹਨਾਂ ਨੂੰ ਛੱਡ ਦਿੰਦੀਆਂ, ਜਦੋਂ ਜੀ ਕਰਦਾ ਰੱਖ ਲੈਂਦੀਆਂ। ਬਿਲਕੁਲ ਵੀ ਹੁਣ ਉਹੀ ਚੱਲਣ ਤਾਂ ਇਹ ਕਰ ਰਹੇ ਆ, ਫਰਕ ਤਾਂ ਕੁਝ ਨਹੀਂ ਹੋਇਆ, ਸਿਰਫ ਨਿਜ਼ਾਮ ਹੀ ਬਦਲਿਆ ਆ, ਸਿਸਟਮ ਤਾਂ ਉਹੀ ਚੱਲਣ ਡਿਆ ਪਹਿਲੇ ਵਾਲਾ ਹੀ, ਵੀ ਜੇ ਉਹ ਅੱਗੇ ਉਹ ਕਰਦੇ ਸੀ ਤੁਹਾਡੇ ਖਿਲਾਫ, ਹੁਣ ਤੁਸੀਂ ਕਰਨ ਲੱਗ ਪਏ ਆ। ਜਦੋਂ ਅਸੀਂ ਪੰਜਾਬ 'ਚ ਕਹਿੰਦੇ ਸੀ ਰੰਗ ਹੀ ਬਦਲਦੇ ਆ ਪੱਗਾਂ ਦੇ। ਬਿਲਕੁਲ ਠੀਕ ਹੈ, ਰੰਗ ਹੀ ਬਦਲਦੇ ਆ, ਬੰਦੇ ਤਾਂ ਉਹੋ ਜਿਹੇ ਰਹਿੰਦੇ ਆ, ਸਿਸਟਮ ਉਹੀ ਰਹਿੰਦਾ ਆ, ਹੋਰ ਕੁਛ ਚੇਂਜ ਨਹੀਂ ਹੁੰਦਾ। ਹੁਣ ਵੀ ਇਹਨਾਂ ਨੇ ਉਹੀ ਤਰੀਕਾ ਅਪਣਾਇਆ ਹੋਇਆ, ਜਦੋਂ ਕਿਤੇ ਲੱਗਦਾ ਵੀ ਪੱਛਮੀ ਬੰਗਾਲ 'ਚ ਚੋਣਾਂ ਆ ਤਾਂ ਜੇ ਉੱਥੋਂ ਦੇ ਕੱਢ ਲਓ ਬੰਦਿਆਂ ਦੀਆਂ ਜੀ, ਕੋਈ CBI ਮਾਮਲੇ ਕੱਢ ਲਓ, ਕੋਈ ED ਦੇ ਮਾਮਲੇ ਕੱਢ ਲਓ, ਇਨਕਮ ਟੈਕਸ ਦੀ ਰੇਟ ਪਵਾ ਦਿਓ। ਇਹ ਇਕੱਲਾ ਪੰਜਾਬ ਦਾ ਨਹੀਂ, ਮੈਂ ਇਹਦੇ ਨਾਲ ਬਿਹਾਰ ਵੀ ਜੋੜਨਾ ਚਾਹੁੰਦਾ। ਪਰਸੋਂ ਚੌਥੇ ਬਿਹਾਰ ਦੇ ਜਿਹੜਾ ਵਿੱਚ ਕਾਂਗਰਸ ਦੇ ਹੈੱਡਕੁਆਰਟਰ 'ਤੇ ਛਾਪਾ ਮਾਰਿਆ ਇਨਕਮ ਟੈਕਸ ਨੇ। ਅੱਛਾ ਜੀ। ਉਸ ਛਾਪੇ ਦੇ ਵਿੱਚ ਇਹਨਾਂ ਨੂੰ ਬਾਹਰ ਕਾਰ ਖੜੀ ਮਿਲੀ, ਜਿਹਦੇ ਵਿੱਚ ਉਹ ਦੱਸਦੇ ਆ ਵੀ 8 ਲੱਖ ਰੁਪਈਆ ਮਿਲਿਆ ਜੀ। ਹੁਣ ਉਹ ਕਾਂਗਰਸ ਵਾਲੇ ਤਾਂ ਇੱਕਦਮ ਬਿਆਨ ਦੇ ਦਿੱਤਾ ਉਹਨਾਂ ਨੇ ਵੀ ਸਾਨੂੰ ਨਹੀਂ ਪਤਾ ਜੀ ਵੀ ਕਾਰ ਕਿੱਥੋਂ ਆਈ ਆ ਤੇ ਕਿਹਦੀ ਕਾਰ ਆ ਤੇ ਕਿਹਦੇ ਪੈਸੇ ਆ ਜੀ। ਹੁਣ ਅਜੇ ਤੱਕ ਤਾਂ ਇਨਕਮ ਟੈਕਸ ਵਾਲੇ ਵੀ ਸ਼ੋਅ ਨਹੀਂ ਕਰ ਸਕੇ ਵੀ ਉਹ ਕਾਰ ਕਿਹਦੀ ਆ। ਇਸ ਤਰੀਕੇ ਨਾਲ ਅਗਲੇ ਨੂੰ ਇਹ ਉਲਝਾ ਦੇਣਾ। ਮੱਧ ਪ੍ਰਦੇਸ਼ ਚੋਣਾਂ ਸੀਗੀਆਂ, ਰਾਜਸਥਾਨ ਚੋਣਾਂ ਸੀਗੀਆਂ, ਉੱਥੇ ਅਸ਼ੋਕ ਗਹਿਲੋਤ ਨੂੰ ਐਸਾ ਉਲਝਾਇਆ, ਪਰ ਉਹ ਸਿਆਸਤ ਦਾ ਮਾਹਰ ਸੀ ਕਰਕੇ ਇਹਨਾਂ ਦੇ ਕੰਮ 'ਚ ਨਹੀਂ ਆਇਆ। ਉਹਦੇ ਰਿਸ਼ਤੇਦਾਰਾਂ ਨੂੰ ਬਹੁਤ ਪਰੇਸ਼ਾਨ ਕੀਤਾ, ਰੋਜ਼ਾਨਾ ਇਨਕਮ ਟੈਕਸ ਦੇ ਛਾਪੇ, ED ਦੇ ਛਾਪੇ। ਮੱਧ ਪ੍ਰਦੇਸ਼ ਦੇ ਵਿੱਚ ਚੋਣਾਂ ਸੀਗੀਆਂ, ਉੱਥੋਂ ਕਮਲਨਾਥ ਦੇ, ਮਤਲਬ ਕਿ ਸੈਂਟਰ ਦੇ ਹੱਥ ਜਿਹੜਾ ਏਜੰਸੀਆਂ ਆ, CBI ED ਹੋਈ ਆ, ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨੂੰ ਮੌਕੇ ਸਿਰ ਲਿਆ ਕੇ ਚੌਕੇ ਛੱਕੇ ਲਾਉਣ ਵਾਲੀ ਇਹ ਰੱਖਦੇ ਆ ਜੀ। ਜਦੋਂ ਇਹਨਾਂ ਦੇ ਹੱਥ ਆਇਆ ਕੋਈ ਨਾ ਕੋਈ ਤੇ ਚੱਕ ਦਿਓ ਫੱਟੇ। ਜਿੱਥੇ ਵੀ ਕਿਤੇ ਭ੍ਰਿਸ਼ਟਾਚਾਰ ਹੁੰਦਾ ਆ ਉਹਦੀ ਜਾਂਚ ਹੋਣੀ ਚਾਹੀਦੀ ਆ, ਪਰ ਸਮੇਂ ਸਿਰ ਹੋਵੇ ਨਾ, ਉਹਦੇ ਨਤੀਜੇ ਨਿਕਲਣੇ ਚਾਹੀਦੇ, ਸਮੇਂ ਸਿਰ ਹੋਵੇ, ਸਮਾਂ ਚੱਲਦਾ ਆ ਉਸੇ ਦੌਰਾਨ ਹੀ ਹੋਵੇ। ਇਹ ਉੱਥੇ ਰੋਕ ਕੇ ਰੱਖ ਲੈਣਾ, ਮੁੜ ਕੇ ਕਹਿਣਾ ਵੀ ਆਉਣ ਵਾਲੇ ਸਮੇਂ 'ਚ ਫੇਰ ਦੇਖਾਂਗੇ ਜਦੋਂ ਕਿਤੇ ਦੀ ਲੋੜ ਪਈ।
ਇਹ ਤਾਂ ਤਰੀਕਾ ਸਹੀ ਨਹੀਂ ਨਾ। ਠੀਕ ਹੈ, ਉਹਨੂੰ ਜਿਹੜਾ ਬੰਦਾ ਗਲਤ ਕਰਦਾ, ਜਿਹੜਾ ਬੰਦਾ ਭ੍ਰਿਸ਼ਟਾਚਾਰ ਆ, ਜਿਹੜਾ ਬੰਦਾ ਕ੍ਰਿਮੀਨਲ ਆ ਜਾਂ ਕ੍ਰਾਈਮ ਆ, ਉਹਨੂੰ ਉਸ ਨਿਜ਼ਾਮ ਤੱਕ, ਉਸ ਸਿੱਟੇ ਤੱਕ ਲਿਜਾਓ ਉਹਨੂੰ, ਤਾਂ ਕਿ ਉਹਨੂੰ ਸਜ਼ਾ ਮਿਲੇ। ਪਰ ਇਹ ਥੋੜੀ ਵੀ ਤੁਸੀਂ ਜਾਂਚ ਕਰਦੇ ਕਰਦੇ ਇੰਨਾ ਸਮਾਂ ਲੰਘਾ ਦਿਓ ਵੀ ਅਗਲੀਆਂ ਚੋਣਾਂ ਵਿੱਚ ਉਹਨੂੰ ਉੱਥੇ ਲਿਆ ਕੇ ਫਿਰ ਸੰਗੀ ਘੁੱਟ ਦਿਓ ਉਹਦੀ। ਬਿਲਕੁਲ, ਵੀ ਸਾਡੇ ਕੋਲ ਹਥਿਆਰ ਪਿਆ, ਦੇਖ ਲੈ ਜੇ ਤੂੰ ਬੋਲਿਆ। ਇਹ ਕੰਮ ਹੋਇਆ ਹੁਣ, ਜਿਹਦਾ ਡਰ ਸੀਗਾ ਪਹਿਲਾਂ। ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ 'ਚ ਵੀ ਸ਼ਾਮਲ ਹੋਏ ਆ, ਕਿਸਾਨਾਂ ਦੇ ਹੱਕ 'ਚ ਸ਼ੁਰੂ ਤੋਂ ਹੀ ਬੋਲਦੇ ਆਏ ਆ। ਇਕੱਲੇ ਹੀ ਆਪਣੇ ਪੰਜਾਬ ਦੀ ਕਾਂਗਰਸ ਨਹੀਂ, ਸਮੁੱਚੀ ਕਾਂਗਰਸ ਬੋਲਦੀ ਆਈ ਆ, ਹਰਿਆਣੇ ਦੇ ਵਿੱਚ ਵੀ ਕਾਂਗਰਸ ਬੋਲਦੀ ਆਈ ਆ। ਤੇ ਹੋਇਆ ਕੀ, ਉਹਨਾਂ ਨੇ ਹੁਣ ਜਿਹੜਾ ਬਿੱਲ ਪਾਸ ਕਰਕੇ ਖੇਤੀ ਕਾਨੂੰਨ ਜਿਹੜੇ ਸੈਂਟਰ ਦੇ ਰੱਦ ਕਰਤੇ ਆ, ਕਿਸਾਨਾਂ ਦੇ ਨਾਲ ਉਹਨਾਂ ਨੇ ਸੁਰ ਚੰਗੀ ਬੈਠੀ ਆ। ਕਿਸਾਨਾਂ ਨੇ ਵੀ ਹੁਣ ਕਿਹਾ ਵੀ ਅਸੀਂ ਸੈਂਟਰ ਜੋ ਪੰਜਾਬ ਨੇ ਕਰਨਾ ਸੀ ਕਰਤਾ, ਹੁਣ ਲੜਾਈ ਸਾਡੀ ਸਿੱਧੀ ਸੈਂਟਰ ਨਾਲ ਆ ਜੀ। ਤੇ ਉਸੇ ਦੇਖੋ ਸਿਆਸਤ ਦੇ ਨਜ਼ਰੀਏ ਨਾਲ ਦੇਖੀਏ ਤਾਂ ਇਹ ਬਦਲਾ ਲੈਣ ਦੀ ਭਾਵਨਾ ਹੀ ਦੇਖਿਆ ਜਾਊਗਾ ਜੀ, ਕਿਉਂਕਿ ਇੰਨੇ 4 ਸਾਲ ਤੋਂ, ਜਿਵੇਂ ਤੁਸੀਂ ਦੱਸਿਆ ਵੀ 4 ਸਾਲ ਤੋਂ ਠੱਪ ਪਿਆ ਸੀ ਮਾਮਲਾ, ਐਡੀ ਹੁਣ ਕਾਹਲੀ ਕਿਹੜੀ ਪੈ ਗਈ ਵੀ ਲਿਆ ਕੇ ਉਹਨੂੰ ਨੋਟਿਸ ਕਰਤਾ ਵੀ ਤੂੰ ਭਾਈ 27 ਤਰੀਕ ਨੂੰ ਆ ਕੇ ਪੇਸ਼ ਹੋ। ਨਹੀਂ ਤੇ ਉਹਨੂੰ 4 ਸਾਲ ਪਹਿਲਾਂ ਦੇ ਦਿਓ, ਜੇ ਉਹਦੀ ਉਹ ਬਣਦੀ ਆ, ਜੇ ਉਹ ਗਲਤ ਸੀਗਾ ਤੇ 4 ਸਾਲ ਕਿਉਂ ਖੁੱਲਾ ਛੱਡਿਆ ਉਹਨੂੰ? ਬਿਲਕੁਲ, ਉਦੋਂ ਕਿਉਂ ਨਹੀਂ ਉਹਤੇ ਸ਼ਿਕੰਜਾ ਕੱਸਿਆ? ਇਹ ਤਾਂ ਸਾਡੇ ਸਾਹਮਣੇ ਇੱਕ ਆਇਆ, ਇਦਾਂ ਦੇ ਸੈਂਕੜੇ ਮਾਮਲੇ ਹੋਣੇ, ਹਜੇ ਹੋਰ ਨਿਕਲਣਗੇ ਜੀ। ਹਜੇ ਤਾਂ ਉਹਨਾਂ ਨੇ ਪਤਾ ਨਹੀਂ ਹੋਰ ਕਿਹਨੂੰ ਨੋਟਿਸ ਥੰਮਣਾ ਆ, ਵਿੱਚ ਜਿਹੜਾ ਗੱਠਜੋੜ ਤੋੜ ਕੇ ਗਿਆ ਅਕਾਲੀ ਦਲ, ਸ਼ਾਇਦ ਉਹਨਾਂ ਦੁਆਲੇ ਵੀ ਕੋਈ ਸੂਈ ਘੁੰਮਦੀ ਹੋਵੇ। ਹਜੇ ਤਾਂ ਕਈ ਕੁਝ ਨਿਕਲਣਾ, ਮਤਲਬ ਇਹ ਕਹਿਣ ਦਾ ਵੀ ਸਮਾਂ ਸਹੀ ਨਹੀਂ ਹੁੰਦਾ ਜੀ। ਠੀਕ ਹੈ, ਉਹ ਬੰਦਾ ਜੇ ਉਹਨੇ ਗਲਤ ਕੀਤਾ ਆ, ਉਹਦੇ ਤੇ ਹੈਗਾ ਫੇਮਾ ਦਾ ਇਲਜ਼ਾਮ ਆ, ਫੋਰਨ ਇਨਵੈਸਟਮੈਂਟ ਦਾ, ਜਿੱਥੇ ਉਹਨਾਂ ਨੇ ਕੁਝ ਵਿਦੇਸ਼ਾਂ ਸਵਿਟਜ਼ਰਲੈਂਡ 'ਚ ਉਹਦੇ ਪੈਸੇ ਵੀ ਦੱਸੇ ਜਾ ਰਹੇ ਆ। ਫਿਰ ਕੋਈ ਇੱਕ ਆਈਲੈਂਡ ਆ ਜਿਹਦੇ ਵਿੱਚ ਉਹ ਨਿਵੇਸ਼ ਕੀਤਾ ਆ, ਉਹਦੇ ਬਾਰੇ ਦੱਸੇ ਜਾ ਰਿਹਾ ਵੀ ਪੈਸੇ ਕਿੱਥੋਂ ਆਏ, ਧਨ ਜੁਟਾਏ ਆ, ਸਾਰਾ ਕੁਝ ਮਾਮਲਾ ਠੀਕ ਹੈ। ਚਲੋ ਤੁਹਾਡੀ ਨੋਟਿਸ 'ਚ ਆਇਆ, ਵੀ 4 ਸਾਲ ਕਿਉਂ ਚੁੱਪ ਰਹੇ? ਸਵਾਲ ਤਾਂ ਇੱਥੇ ਉੱਠਦਾ ਨਾ ਜੀ। 4 ਸਾਲ ਚੁੱਪ ਰਹਿ ਕੇ ਇੱਕਦਮ ਆ ਕੇ ਜਦੋਂ ਮਾਮਲਾ ਇਹ ਐਸ ਮੁਕਾਮ ਤੇ ਪਹੁੰਚਦਾ ਆ, ਉਹਨੂੰ ਲਿਆ ਕੇ ਥਵਾ ਦਿੰਦੇ 27 ਤਰੀਕ ਨੂੰ ਤੈਂ ਪੇਸ਼ ਹੋਣਾ ਜਲੰਧਰ 'ਚ। ਨਾ ਤਾਂ ਉਹਨੂੰ ਸੁੱਝੇ ਪਏ ਗੱਲ ਕੀ ਹੋਈ, ਹੋ ਸਕਦਾ ਪਹਿਲਾਂ ਹੀ ਤਿਆਰੀ ਹੋਵੇ, ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਵਿਧਾਨ ਸਭਾ 'ਚ ਵੀ ਕਹਿ ਰਹੇ ਸੀ, ਬਾਹਰ ਵੀ ਕਹਿ ਰਹੇ ਸੀ, ਆਹ ਪਿਆ ਜੀ ਮੇਰਾ ਅਸਤੀਫਾ ਜੇਬ ਦੇ ਵਿੱਚ, ਮੈਨੂੰ ਚਾਹੇ ਸਰਕਾਰ ਬਰਖਾਸਤ ਕਰ ਦੇਣ, ਮੈਨੂੰ ਕੋਈ ਮਤਲਬ ਨਹੀਂ, ਮੈਂ ਕਿਸਾਨਾਂ ਦੇ ਨਾਲ ਖੜਾ ਹਾਂ। ਤਾਂ ਫਿਰ ਇਹ ਸਮਝ ਕੇ ਇਹਨਾਂ ਨੂੰ ਕੀਤਾ ਹੋਣਾ ਵੀ ਲੱਗਦਾ ਵੀ ਹੁਣ ਅਗਲੀ ਜਿਹੜੀ ਕਾਰਵਾਈ ਉਹ ਸੈਂਟਰ ਵੱਲੋਂ ਹੋਣ ਵਾਲੀ ਆ, ਹੋ ਸਕਦਾ ਉਹਨਾਂ ਦੀ ਵੀ ਤਿਆਰੀ ਹੋਵੇ। ਪਰ ਇਹ ਜਿਹੜਾ ਸਮਾਂ ਜਿਹੜਾ ਦੇਖ ਕੇ ਵਿਹਾ ਕੇ ਇਸ ਤਰੀਕੇ ਨਾਲ ਕਰਨਾ, ਇਹ ਕਾਫੀ ਹੱਦ ਤੱਕ ਨਜ਼ਰੀਆ ਇਹ ਹੁੰਦਾ ਵੀ ਬਦਲਾ ਲਓ ਭਾਵਨਾ ਆ, ਜੋ ਇਹ ਪਹਿਲਾਂ ਕਿਸੇ ਹੋਰ ਪਾਰਟੀ ਦੇ ਦੋਸ਼ ਲਾਉਂਦੇ ਆਏ ਆ। ਸ਼ੇਰਗਿੱਲ ਸਾਹਿਬ, ਇਹ ਤਾਂ ਦੇਖੀ ਅਸੀਂ ਗੱਲ ਜਿਹੜੀ ਸੀ ਸਾਡੀ ਗੱਲਬਾਤ ਕਿ ਸਟੇਟ ਜਿਹੜੀ ਆ ਉਹ ਸੈਂਟਰ ਦੇ ਨਾਲ ਜਦੋਂ ਵੀ ਕਿਤੇ ਕਨਫਲਿਕਟ 'ਚ ਆਉਂਦੀ ਆ, ਤੇ ਜਾਂ ਕੋਈ ਹੋਰ ਗੱਲ ਵੀ ਹੋਵੇ, ਤੇ ਅਸੀਂ ਇਹੋ ਜਿਹੀਆਂ ਕੁਝ ਗੁੱਝੀਆਂ ਗੱਲਾਂ ਆਪਣੇ ਕੋਲ ਰੱਖ ਛੱਡਦੇ ਆ, ਜਿਹੜੀਆਂ ਕਿਸੇ ਨੂੰ ਤੁਣਕਾ ਮਾਰ ਕੇ ਆਪਾਂ ਸਮਾਂ ਦੇਖ ਕੇ ਉਜਾੜ ਦਿੰਦੇ ਆ ਜੀ। ਤੇ ਜੇ ਆਪਾਂ ਗੱਲ ਕਰੀਏ ਆਪਣੇ ਪੰਜਾਬ ਦੀ, ਅਸੀਂ ਕੁਝ ਪਿਛਲੇ ਦਿਨਾਂ 'ਚ ਦੇਖਿਆ ਕਿ ਬਹੁਤ ਸਾਰੀਆਂ ਜਿਹੜੀਆਂ ਦੁਖਦ ਘਟਨਾਵਾਂ ਵਾਪਰ ਰਹੀਆਂ। ਅਸੀਂ ਕਈ ਵਾਰ ਇਹੋ ਜਿਹੀਆਂ ਗੱਲਾਂ ਕਰਦੇ ਆ ਤੇ ਸੁਨੇਹਾ ਵੀ ਦਿੰਦੇ ਆ ਲੋਕਾਂ ਨੂੰ ਕਿ ਸਾਨੂੰ ਥੋੜ੍ਹੇ ਜਿਹੇ ਸੁਚੇਤ ਹੋਣ ਦੀ ਲੋੜ ਆ, ਥੋੜ੍ਹੇ ਜਿਹੇ ਪੈਸੇ ਦੀ ਦੌੜ ਤੋਂ ਬਚਣ ਦੀ ਲੋੜ ਆ। ਅਸੀਂ ਦੇਖਿਆ ਕੁਝ ਦਿਨ ਪਹਿਲਾਂ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਤੇ ਇਹਨਾਂ ਦੀ ਕੁਝ ਇਹ ਬਹੁਤ ਮੰਦਭਾਗੀ ਘਟਨਾਵਾਂ ਜੀ। ਇਹ 3-4 ਦਿਨ ਤੋਂ ਨਹੀਂ, ਪਹਿਲਾਂ ਵੀ ਹਫ਼ਤਾ 2 ਹਫ਼ਤੇ ਵੀ ਪਹਿਲਾਂ ਦੇਖਿਆ ਆਪਾਂ, ਬਠਿੰਡੇ ਇਲਾਕੇ 'ਚ ਭਗਤਾ ਭਾਈ ਦੇ ਵਿੱਚ ਵੀ ਇੱਕ ਬੰਦੇ ਨੇ ਆਪਣੇ ਬੱਚਿਆਂ ਨੂੰ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਹ ਤਰੀਕਾ ਬਠਿੰਡੇ ਦੇ ਪੌਸ਼ ਇਲਾਕੇ 'ਚ ਹੋਇਆ। ਵਪਾਰੀ ਸੀਗਾ ਜਿਹਨੇ ਕਿ ਉਹ ਬਿਟਕੋਇਨ ਦੇ ਵਿੱਚ ਪੈਸਾ ਪੂਸਾ ਨਿਵੇਸ਼ ਕੀਤਾ ਸੀਗਾ, ਘਾਟਾ ਪੈ ਗਿਆ, ਉਹਦਾ ਸਾਥੀ ਛੱਡ ਗਿਆ ਜੀ। ਜਦੋਂ ਇੱਕ ਵਾਰ ਉਹ ਉੱਭਰ ਗਿਆ ਸੀਗਾ, ਉਸ ਤੋਂ ਬਾਅਦ ਫਿਰ ਉਹਨੇ ਆਪਣਾ ਪ੍ਰੋਪਰਟੀ ਵੇਚ-ਵੂਚ ਕੇ ਜੋ ਵੀ ਪੈਸਾ ਉਤਾਰਨਾ ਸੀ ਉਤਾਰ ਲਿਆ। ਪਰ ਮਨ ਦੇ ਵਿੱਚ ਕਈ ਵਾਰੀ ਹੁੰਦਾ ਨਾ, ਪਰ ਜੇ ਮੈਂ ਹੁਣ ਉੱਭਰ ਗਿਆ ਤਾਂ ਸ਼ਾਇਦ ਹੋਰ ਕਮਾਈ ਕਰ ਲੂੰਗਾ। ਪਰ ਦੌਰ ਐਸਾ ਸੀਗਾ ਕਰੋਨਾ ਦਾ, ਲਾਕਡਾਊਨ ਦੇ ਵਿੱਚ ਨਹੀਂ ਉੱਭਰ ਸਕਿਆ। ਉਹ ਉਸ ਐਸੇ ਡਿਪਰੈਸ਼ਨ ਵਿੱਚ ਚਲ ਗਿਆ ਕਿ ਉਹਨੇ ਇਹੋ ਜਿਹਾ ਬਹੁਤ ਵੱਡਾ ਖੌਫਨਾਕ ਕਦਮ ਚੱਕ ਲਿਆ, ਜਿਹਦੇ 'ਚ ਉਹਨੇ ਬਹੁਤ ਹੀ ਪਿਆਰੇ 2 ਬੱਚੇ ਸੀਗੇ, ਘਰ ਵਾਲੀ ਸੀ, ਉਹਨਾਂ ਨੂੰ ਮਾਰ ਕੇ। ਇਹ ਸੋਚ ਕੇ ਵੀ ਆਪਣਾ ਜਿਹੜਾ ਮਨ ਨਾ ਬੜਾ ਦਹਿਲ ਜਾਂਦਾ ਪਏ, ਇਹੋ ਜਿਹੀ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ ਹੋਊਗਾ ਉਹਨੇ। ਖੈਰ, ਉਹਨਾਂ ਦਾ ਇਹ ਨਹੀਂ ਹੋਣਾ ਚਾਹੀਦਾ ਆ। ਤੇ ਇਸ ਦੇ ਨਾਲ ਹੀ ਦੇਖਿਆ ਜਾਵੇ ਤਾਂ ਕ੍ਰਾਈਮ ਦੀ ਜਿਹੜੀ ਦਰ ਆ ਪੰਜਾਬ ਦੇ ਵਿੱਚ ਵੀ ਲਗਾਤਾਰ ਵੱਧ ਰਹੀ ਆ। ਕਿਤੇ ਇੱਕ ਗੋਲੀਬਾਰੀ ਹੋ ਰਹੀ ਆ, ਕਿਤੇ ਭਰਾ ਨੂੰ ਮਾਰ ਰਿਹਾ ਹੈ, ਕਿਤੇ ਘਰ ਵਾਲਾ ਜਨਾਨੀ ਨੂੰ ਮਾਰ ਰਿਹਾ ਆ। ਹੁਣ ਇੱਕ ਅੰਮ੍ਰਿਤਸਰ ਦੇ ਵਿੱਚ ਵੀ ਘਟਨਾ ਹੋਈ, ਜਿਹਦੇ ਵਿੱਚ ਰੰਜਿਸ਼ ਤਾਂ ਚੱਲੀ ਆਉਣ ਡਈ ਸੀ ਲੋਕਡਾਊਨ ਦੇ ਵਿੱਚ, ਚਰਚ ਖੋਲ੍ਹਣ ਨੂੰ ਲੈ ਕੇ। ਉਹ ਚਰਚ ਬੰਦ ਕਰਾਉਂਦੇ ਸੀਗੇ, ਉਹ ਖੋਲ੍ਹਦੇ ਸੀਗੇ, ਕਿਉਂਕਿ ਉਹਦੇ ਵਿੱਚ ਉਹਨਾਂ ਦਾ ਜਿਹੜਾ ਰਿਸ਼ਤੇਦਾਰ ਪਾਦਰੀ ਲਗਾਇਆ ਸੀਗਾ ਵੀ ਚਲੋ ਚਰਚ ਨਹੀਂ ਵੀ ਚੱਲਦਾ ਵੀ ਰਹੂਗਾ ਤਾਂ ਕੋਈ ਨਹੀਂ, ਇੱਕ ਧਾਰਮਿਕ ਸਥਾਨ ਆ। ਪਰ ਉਸ ਬੰਦੇ ਨੇ ਉਸ ਦੀ ਰੰਜਿਸ਼ ਇਹੋ ਜਿਹੀ ਰੱਖੀ ਕਿ ਬੀਤੇ ਦਿਨ ਉਹ ਬੰਦਾ ਚਰਚ ਵਿੱਚ ਗਿਆ, ਉੱਥੇ ਫੰਕਸ਼ਨ ਚੱਲ ਰਿਹਾ ਸੀ, ਕੋਈ ਸਮਾਗਮ ਸੀਗਾ, ਉੱਥੇ ਉਹਨੇ ਜਾ ਕੇ ਰੰਜਿਸ਼ ਕੱਢ ਕੇ ਤੇ ਅੰਨ੍ਹੇਵਾਹ ਗੋਲੀਆਂ ਚਲਾਤੀਆਂ, ਜਿਹਦੇ 'ਚੋਂ ਬੰਦਾ ਮਰ ਗਿਆ। ਹੋਰ ਵੀ ਕਈਆਂ ਦੇ ਗੋਲੀਆਂ ਲੱਗੀਆਂ, 20-25 ਰਾਊਂਡ ਚੱਲੇ ਆ। ਇਸੇ ਤਰ੍ਹਾਂ ਦੀ ਘਟਨਾ ਜੇ ਆਪਾਂ ਦੂਜੇ ਪਾਸੇ ਦੇਖੀਏ, ਉਹ ਵੀ ਬੜੀ ਦੁੱਖ ਦੇਣ ਵਾਲੀਆਂ ਗੱਲਾਂ ਆ ਬਈ। ਜਿਹੜਾ ਰੇਪ ਦੀਆਂ ਘਟਨਾਵਾਂ ਵੀ ਇੱਕਦਮ ਵਧਣ ਲੱਗ ਪਈਆਂ ਆ। ਜੇ ਆਪਾਂ ਟਾਂਡੇ ਦੀ ਗੱਲ ਕਰਦੇ ਹਾਂ, ਉੱਥੇ ਮਾਸੂਮ ਬੱਚੀ ਦਾ ਜਿਹੜਾ ਲਾਸ਼, ਉਹਨੂੰ ਕਤਲ ਕਰਕੇ, ਉਹਦੇ ਹੱਤਿਆ ਕਰਕੇ ਉਹਦੀ ਲਾਸ਼ ਸਾੜ ਦਿੱਤੀ ਗਈ ਸੀ। ਧੂੰਆਂ ਨਿਕਲਦਾ ਦੇਖ ਕੇ ਲੋਕਾਂ ਨੇ ਰੌਲਾ ਪਾਇਆ ਤੇ ਫਿਰ ਪੁਲਿਸ ਆ ਕੇ ਦੇਖੀ ਆ ਕਿ 2 ਪੂਰੇ ਸ਼ਾਮ ਦੀ ਲਾਪਤਾ ਸੀ, ਉਹਨਾਂ ਨੂੰ ਪਤਾ ਨਹੀਂ ਸੀ ਘਰਦਿਆਂ ਨੂੰ। ਦੂਜਾ ਮਜ਼ਦੂਰ ਬੰਦਾ ਆ,
ਜਿਹਦੇ ਘਰ ਉੱਥੇ ਟਰੈਕਟਰ ਚਲਾਉਂਦਾ ਖੇਤੀਬਾੜੀ ਕਰਦਾ ਸੀ, ਉਹਦੀਆਂ 5 ਧੀਆਂ ਆ, ਇਹ ਸਭ ਤੋਂ ਛੋਟੀ ਸੀਗੀ ਜਿਹਦੇ ਨਾਲ ਇਹ ਘਟਨਾ ਵਾਪਰੀ ਆ। ਉਦੋਂ ਲੈ ਕੇ ਵੀ ਹੁਣ ਜਦੋਂ ਦੋਸ਼ੀ ਬੰਦੇ ਫੜੇ ਆ, ਮੁਲਜ਼ਮ ਜਿਹੜੇ ਦੋਏ ਦਾਦਾ ਪੋਤੇ, ਉਹਨਾਂ ਤੇ ਵੀ ਹੁਣ ਲੋਕਾਂ ਦਾ ਗੁੱਸਾ ਜ਼ਾਹਿਰ ਆ ਪੇ ਨਿਕਲ ਹੀ ਆਉਂਦਾ ਕਿਤੇ ਨਾ ਕਿਤੇ ਜਦੋਂ ਇਹੋ ਜਿਹੀ ਦਿਲ ਦਹਿਲਾਉਣ ਵਾਲੀ ਘਟਨਾ ਵਾਪਰਦੀ ਆ। ਤੇ ਉਹ ਜਦੋਂ ਹਸਪਤਾਲ ਦੇ ਵਿੱਚ ਉਹਨਾਂ ਦੇ ਕੋਈ ਚੈੱਕਅਪ ਕਰਨ ਲਈ ਲੈ ਕੇ ਗਏ ਆ, ਪੁਲਿਸ ਕਰਦੀ ਹੁੰਦੀ ਆ ਰਿਮਾਂਡ ਤੋਂ ਪਹਿਲਾਂ, ਤੇ ਉੱਥੇ ਉਹਨਾਂ ਤੇ ਹਮਲਾ ਕੀਤਾ ਗਿਆ। ਉਹਨਾਂ ਨੂੰ ਉਸ ਭੀੜ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਭੀੜ ਦੀ ਮੰਗ ਸੀ ਵੀ ਸਾਡੇ ਹਵਾਲੇ ਕਰ ਦਿਓ, ਪਰ ਇਹ ਘਟਨਾ ਇੱਕ ਨਹੀਂ ਹੈਗੀ। ਇਹਦੇ ਨਾਲ ਮੈਂ ਇੱਕ ਹੋਰ ਜੋੜਨੀ ਚਾਹੁੰਦਾ ਵੀ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਵੀ ਇੱਕ ਘਟਨਾ ਇਸੇ ਤਰ੍ਹਾਂ ਦੀ ਇੱਕ ਸਾਹਮਣੇ ਆਈ ਹੈ ਮੀਡੀਆ ਦੇ ਵਿੱਚ, ਵੀ ਇੱਕ ਔਰਤ ਦੇ ਨਾਲ ਜਿਹੜੀ ਚਲਦੀ ਕਾਰ ਦੇ ਵਿੱਚ ਇਹੋ ਜਿਹੀ ਘਿਨਾਉਣਾ ਕੰਮ ਕੀਤਾ ਗਿਆ, ਜਿਹੜਾ ਕਿ ਬਹੁਤ ਹੀ ਸ਼ਰਮਨਾਕ ਹੈ। ਘੱਟੋ ਘੱਟ ਪੰਜਾਬ ਦੇ ਨਜ਼ਰੀਏ ਨਾਲ ਦੇਖੀਏ ਤਾਂ ਸਾਡੇ ਲਈ ਬਹੁਤ ਹੀ ਸ਼ਰਮਨਾਕ ਗੱਲ ਆ। ਉਂਝ ਆਪਾਂ ਯੂਪੀ ਹੋਰ ਸਟੇਟਾਂ ਦੀ ਬਹੁਤ ਗੱਲ ਕਰਦੇ ਹਾਂ, ਹਾਥਰਸ ਕਾਂਡ ਤੋਂ ਲੈ ਕੇ ਬਲਰਾਮਪੁਰ, ਹੋਰ ਕਈ ਕਾਂਡ ਉੱਥੇ ਯੂਪੀ 'ਚ ਹੋ ਗਏ ਜਿੱਥੇ ਇਹਨਾਂ ਨੂੰ ਇਹ ਨਾਂ ਦਿੱਤਾ ਜਾਣ ਲੱਗ ਪਿਆ ਸੀਗਾ ਵੀ ਇਸ ਵੇਲੇ ਯੂਪੀ ਜਿਹੜੀ ਉਹ ਕ੍ਰਾਈਮ ਦੀ ਰਾਜਧਾਨੀ ਬਣ ਗਈ ਆ। ਰੋਜ਼ ਸਾਡੇ ਸਾਹਮਣੇ ਇਹੋ ਜਿਹੀ ਰੋਜ਼ਾਨਾ ਇਹ ਘਟਨਾ ਹੋ ਰਹੀਆਂ ਜਿਹੜੀਆਂ ਕਿ ਬਹੁਤ ਹੀ ਮਨ ਨੂੰ ਪਰੇਸ਼ਾਨ ਕਰਨ ਵਾਲੀਆਂ ਹੁੰਦੀਆਂ। ਇਹਦੇ ਪ੍ਰਤੀ ਜਾਗਰੂਕ ਕਰਨਾ ਬਣਦਾ ਆ, ਜਿੰਨਾ ਵੀ ਹੋ ਸਕੇ ਪੁਲਿਸ ਨੂੰ, ਆਮ ਸਮਾਜ ਸੇਵੀ ਲੋਕਾਂ ਨੂੰ ਇਹਦੇ ਪ੍ਰਤੀ ਜਿੰਨਾ ਜਾਗਰੂਕ ਕੀਤਾ ਜਾਵੇ ਉਨਾ ਥੋੜ੍ਹਾ ਆ, ਤਾਂ ਕਿ ਇਹ ਆਉਣ ਵਾਲੇ ਸਮੇਂ 'ਚ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਪੁਲਿਸ ਪ੍ਰਸ਼ਾਸਨ ਤੇ ਜਿਹੜੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਜੁਡੀਸ਼ਰੀ ਨੂੰ ਵੀ ਚਾਹੀਦਾ ਕਿ ਇਸ ਕੇਸ ਨੂੰ ਔਰ ਇਹਨੂੰ ਜਿੰਨਾ ਛੇਤੀ ਨਿਬੇੜਿਆ ਜਾਵੇ ਫਾਸਟ ਟਰੈਕ ਅਦਾਲਤ ਵਿੱਚ ਪਾ ਕੇ, ਤਾਂ ਕਿ ਇੱਕ ਮੈਸੇਜ ਜਾਵੇ ਇਹੋ ਜਿਹੇ ਘਟਨਾ ਕਰਨ ਵਾਲਿਆਂ ਨੂੰ, ਮਿਸਾਲੀ ਸਜ਼ਾ ਦੇ ਕੇ, ਵੀ ਜਿਹੜਾ ਕਿ ਅਗਲੀ ਵਾਰ ਕੋਈ ਇਹੋ ਜਿਹਾ ਕਦਮ ਚੁੱਕਣ ਤੋਂ ਡਰ ਮਹਿਸੂਸ ਕਰੇ। ਅਸੀਂ ਇੱਕ ਲਾਈਨ ਪੜ੍ਹਦੇ ਹੁੰਦੇ ਹਾਂ ਕਈ ਵਾਰ, ਉਹ ਸਾਡੇ ਲਈ ਬਹੁਤ ਰੈਲੇਵੈਂਸ ਹੈ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਬਿਲਕੁਲ ਜੀ, ਬਿਲਕੁਲ ਜੀ। ਅੱਜ ਦੇ ਪ੍ਰੋਗਰਾਮ ਨੂੰ ਸ਼ੇਰਗਿੱਲ ਸਾਹਿਬ ਇੱਥੇ ਹੀ ਰੋਕਦੇ ਹਾਂ ਤੇ ਅਗਲੀ ਵਾਰ ਕੁਝ ਹੋਰ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਤਦ ਤੱਕ ਧੰਨਵਾਦ। ਧੰਨਵਾਦ ਜੀ।